ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਰੇਡੀਓ ਪੰਜਾਬ ਟੂਡੇ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸ਼ਮਾਦਾਨ 'ਚ ਇੱਕ ਕੁਝ ਜਿਹੜੇ ਆ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸੀਨੀਅਰ ਅਟਾਰਨੀ ਐਮੀ ਗਿੱਲ ਹੋਣਾ ਦੀ ਅਮਰੀਕਾ ਦੀ 1987 ਤੋਂ ਲਾ ਫਰਮ ਗੈਲ ਐਂਡ ਗਿੱਲ ਅਸਾਈਲਮ ਕੇਸਾਂ ਦੀ ਪੈਰਵੀ ਕਰਦੀ ਆ ਰਹੀ ਹੈ। ਇਹਨਾਂ ਦੇ ਯਤਨਾਂ ਸਦਕਾ ਹਜ਼ਾਰਾਂ ਸਿੱਖ ਅਸਾਈਲਮ ਕੇਸਾਂ ਦੇ ਨਾਲ ਅਮਰੀਕੀ ਨਾਗਰਿਕ ਬਣ ਚੁੱਕੇ ਨੇ। ਪੰਜਾਬੀ, ਹਿੰਦੀ ਅਤੇ ਉਰਦੂ 'ਚ ਤੁਸੀਂ ਗੈਲ ਐਂਡ ਗਿੱਲ ਲਾ ਫਰਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਦਾ ਫ਼ੋਨ ਨੰਬਰ ਹੈ ਜੀ 718 612 1188 7186121188। ਗੈਲ ਐਂਡ ਗਿੱਲ ਲਾ ਫਰਮ ਦਾ ਆਫਿਸ ਨੰਬਰ ਹੈ ਜੀ 212 619 2859 212 619 2859। ਤੁਸੀਂ ਵਧੀਆ ਨਵਾਂ ਘਰ ਜਾਂ ਬਿਜ਼ਨਸ ਬਣਾਉਣਾ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਸੰਪਰਕ ਕਰੋ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 206 941 54 54 ਤੇ 206 941 5454। ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਬਿਜ਼ਨਸ ਟੈਕਸ ਦੀਆਂ ਸੇਵਾਵਾਂ ਲੈਣ ਦੇ ਲਈ ਇੱਕੋ ਇੱਕ ਤਸੱਲੀ ਬਖਸ਼ ਅਦਾਰਾ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸੋਲ ਅਤੇ ਲੋਕਪਾਲ ਸੋਲ ਨਾਲ 253 520 8886 ਤੇ ਸੰਪਰਕ ਕਰ ਸਕਦੇ ਹੋ। 253 520 8886। ਇਹਨਾਂ ਦਾ ਪਤਾ ਜੀ 24915 104 ਐਵਨਿਊ ਸਾਊਥ ਈਸਟ ਕੈਂਟ ਵਾਸ਼ਿੰਗਟਨ। ਤੁਸੀਂ ਇਹਨਾਂ ਨਾਲ ਪੰਜਾਬੀ ਵਿੱਚ ਵੀ ਗੱਲ ਕਰ ਸਕਦੇ ਹੋ। TA ਮੰਡੇਰਾ ਦਾ ਰੀਫਰੈਸ਼ ਟਰੈਵਲ ਪਲਾਜ਼ਾ ਤੇ ਫਿਊਲ ਕਾਰਡ ਨਾ ਹੋਣ ਤੇ ਵੀ ਟਰੱਕਰਸ ਲਈ ਵੱਡੀ ਰਿਬੇਟ। ਇਸ ਤੋਂ ਇਲਾਵਾ ਦੇਸੀ ਘਿਓ 'ਚ ਬਣਿਆ ਪੰਜਾਬੀ ਖਾਣਾ ਪੰਜਾਬੀ ਢਾਬੇ 'ਤੇ ਖਾ ਸਕਦੇ ਹੋ। ਇੱਥੇ ਪੀਜ਼ਾ ਹਟ, KFC, ਫੈਟ ਬਰਗਰ ਅਤੇ ਹੋਰ ਫੂਡ ਆਊਟਲੈਟਸ ਵੀ ਨੇ। ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਵੀ ਆਨੰਦ ਮਾਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰਵੀ ਗਰੇਵਾਲ ਜਾਂ ਸਚਿਨ ਮਲਿਕ ਹੋਰਾਂ ਨੂੰ 559 903 4627 ਤੇ 559 903 4627। ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵਨਿਊ 7। ਸਿਆਟਲ 'ਚ ਵਾਸ਼ਿੰਗਟਨ ਫਰੇਟ ਸਰਵਿਸ ਨੂੰ ਓਨਰ ਆਪਰੇਟਰ ਦੇ ਡਰਾਈਵਰ ਦੀ ਲੋੜ ਹੈ। ਚੰਗਾ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਇੱਕ ਵਾਰ ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਦੇ ਨਾਲ 253 266 6924 ਤੇ 253 266 6924 ਜਾਂ ਗੁਰਬਿੰਦਰ ਧਾਲੀਵਾਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 206 354 4060 206 354 4060। ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਸਾਡੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ ਸਾਹਿਬ। ਅੱਜ ਬੜੀ ਕੈਨੇਡਾ ਤੋਂ ਕੁਝ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ, ਪਰ ਇੱਕ ਅਫਸੋਸਨਾਕ ਖਬਰ ਆ, ਬੜੀ ਮੰਦਭਾਗੀ ਖਬਰ ਆ। ਤੁਸੀਂ ਆਫ ਦਾ ਟਰੈਕ ਵੀ ਸਾਂਝੀ ਕਰ ਰਹੇ ਸੀ। ਵਾਕਈ ਦਿਲ ਨੂੰ ਝੰਜੋੜਨ ਵਾਲੀ ਹੈ ਜੀ। ਬਿਲਕੁਲ ਦਲਵੀਰ ਜੀ, ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਤਾਂ ਮੇਰੇ ਚੇਤੇ ਦੀ ਜਿਹੜੀ ਹੈ ਕਮਾ ਮੈਂ ਬਹੁਤ ਪਛਾਣ ਚਲਾ ਗਿਆ ਸੀ ਜਦੋਂ ਵਿਦੇਸ਼ਾਂ ਦੇ ਵਿੱਚ ਗਦਰ ਪਾਰਟੀ ਦਾ ਗਠਨ ਕੀਤਾ ਹੈ ਜੀ। ਸਾਡੇ ਗਦਰੀ ਬਾਬੇ ਜਵਾਨੀ ਦੇ ਵਿੱਚ ਗਏ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਰੁਜ਼ਗਾਰ ਲੈਣ ਵਾਸਤੇ। ਉਦੋਂ ਅੱਜ ਵਾਲੇ ਹਾਲਾਤ ਨਹੀਂ ਸੀ ਜੀ। ਅਸੀਂ ਅੰਗਰੇਜ਼ਾਂ ਦੇ ਗੁਲਾਮ ਸਾਂ ਔਰ ਅੰਗਰੇਜ਼ਾਂ ਦੀ ਗੁਲਾਮੀ ਵਾਲੇ ਜਿੰਨੇ ਵੀ ਦੇਸ਼ ਹੈ ਉੱਥੇ ਸਾਨੂੰ ਆਉਣ ਜਾਣ ਦੇ ਵਿੱਚ ਕੋਈ ਬਹੁਤੀ ਪਾਬੰਦੀ ਨਹੀਂ ਸੀਗੀ, ਕਿਉਂਕਿ ਗੁਲਾਮ ਸੀਗੇ। ਇੱਕੋ ਹੀ ਦੇਸ਼ ਵਾਲੀ ਗੱਲ ਬਣਦੀ ਸੀ ਜੀ। ਚਲੇ ਜਾਂਦੇ ਸਨ ਤਾਂ ਸਾਡੇ ਵੱਡੇ ਵਡੇਰੇ ਬਾਬੇ, ਜਿਨ੍ਹਾਂ ਨੂੰ ਅਸੀਂ ਗਦਰੀ ਬਾਬੇ ਕਹਿ ਦਿੰਦੇ ਹਾਂ, ਰੁਜ਼ਗਾਰ ਵਾਸਤੇ ਉੱਥੇ ਗਏ ਸੀ ਜੀ। ਉੱਥੋਂ ਕਿੰਨੀਆਂ ਕਠਿਨ ਸਥਿਤੀਆਂ ਦੇ ਵਿੱਚ, ਕਿੰਨੇ ਕਠਿਨ ਹਾਲਾਤਾਂ ਦੇ ਵਿੱਚ, ਔਖੇ ਹਾਲਾਤਾਂ 'ਚ ਉਹਨਾਂ ਨੂੰ ਕੰਮ ਕਰਨਾ ਪਿਆ ਔਰ ਕਿਵੇਂ ਉਹਨਾਂ ਦੇ ਨਾਲ ਉੱਥੇ ਮਤਲਬ ਜਿਹੜੀ ਹੈਗੀ ਹੈ ਬੁਰਾ ਵਰਤਾਓ ਹੁੰਦਾ ਸੀ, ਦੁਰਵਰਤਾਓ ਹੁੰਦਾ ਸੀ। ਉਹਦਾ ਨਤੀਜਾ ਸੀ ਕਿ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਗੁਲਾਮ ਹਾਂ ਤਾਂ ਹੀ ਹੈ ਨਾ ਸਾਰਾ ਕੁਛ ਹੁੰਦਾ ਜੀ, ਅਤੇ ਫਿਰ ਅਸੀਂ ਆਜ਼ਾਦ ਹੋਣ ਵਾਸਤੇ ਜਦੋਜਹਿਦ ਕਿਉਂ ਨਾ ਕਰੀਏ ਜੀ। ਤਾਂ ਉਦੋਂ ਉਹਨਾਂ ਨੇ ਇੱਕ ਅਖਬਾਰ ਕੱਢਿਆ ਸੀ, ਗਦਰ ਅਖਬਾਰ, ਅਤੇ ਗਦਰ ਅਖਬਾਰ ਦੇ ਵਿੱਚ ਜਿਹੜੀ ਪਹਿਲੀ ਕਵਿਤਾ ਜਿਹਦਾ ਜ਼ਿਕਰ ਆਉਂਦਾ ਗਦਰ ਪਾਰਟੀ ਦੇ ਇਤਿਹਾਸ ਦੇ ਵਿੱਚ, ਉਹਦੇ 'ਚੋਂ ਕਵਿਤਾ ਹੈ, ਦੇਸ ਪੈਣ ਧੱਕੇ ਪਰਦੇਸ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ ਜੀ। ਮੈਨੂੰ ਜੇ ਅੱਜ ਵੇਖੀਏ ਆਪਾਂ ਵੀ ਉਸ ਵੇਲੇ ਦੀ ਗਿਆ ਕਿ 1912-13 ਤੋਂ ਲੈ ਕੇ ਤੇ ਅੱਜ ਦੇ ਹਾਲਾਤਾਂ ਨੂੰ ਦੇਖੀਏ, ਕੋਈ ਬਹੁਤਾ ਫਰਕ ਨਹੀਂ ਜੀ। ਇਹ ਠੀਕ ਹੈ ਕਿ ਸਾਡੇ ਜਿਉਣ ਦੇ ਵਿੱਚ ਜਿਹੜਾ ਹੈਗਾ ਖਾਣ ਪੀਣ ਦੇ ਵਿੱਚ ਕਾਫੀ ਚੇਂਜ ਆ ਗਈ ਹੈ, ਪਹਿਨਣ ਪੱਚਰਨ ਦੇ ਵਿੱਚ ਕਾਫੀ ਚੇਂਜ ਆ ਗਈ ਹੈ। ਉਦੋਂ ਸਧਾਰਨ ਜਿਹੜੇ ਹੈਗੇ ਆ ਚਾਦਰੇ ਬੰਨੇ ਹੁੰਦੇ ਸੀ ਜਾਂ ਪਜਾਮੇ ਪਾਏ ਹੁੰਦੇ ਸੀ, ਜਿਨ੍ਹਾਂ ਨੂੰ ਉਸ ਦੌਰ 'ਚ ਸੁੱਥੂ ਕਹਿੰਦੇ ਹੁੰਦੇ ਸੀ ਜੀ। ਅੱਜ ਪੈਂਟਾਂ ਆ ਗਈਆਂ, ਉਦੋਂ ਚੱਪਲਾਂ ਪੈਂਦੀਆਂ ਹੁੰਦੀਆਂ ਸੀ, ਅੱਜ ਜੁੱਤੇ ਪਹਿਨਣ ਲੱਗ ਗਏ ਵਧੀਆ। ਉਦੋਂ ਸਾਈਕਲ ਵੀ ਨਹੀਂ ਜੁੜਦੇ ਸੀ, ਅੱਜ ਮੋਟਰਸਾਈਕਲ ਵੀ ਆ ਗਏ। ਪੜ੍ਹਾਈ ਲਿਖਾਈ ਵੀ ਹੋ ਗਿਆ, ਉਦੋਂ ਬੰਦੇ ਅਨਪੜ੍ਹ ਹੁੰਦੇ ਸੀ ਜੀ। ਪਰ ਰੁਜ਼ਗਾਰ ਦੇ ਪੱਖ ਤੋਂ ਸਥਿਤੀ ਲਗਭਗ ਉਹੀ ਜੀ ਹੈ। ਬਹੁਤ ਸਾਡੇ ਜਿਹੜੇ ਹੈਗੇ ਬੱਚੇ, ਉਹਨਾਂ ਨੂੰ ਰੁਜ਼ਗਾਰ ਵਾਸਤੇ ਨਾ ਪੜ੍ਹਾਈ ਦਾ,
ਕਿ ਅਸੀਂ ਜੀ। ਪੜ੍ਹਨ ਚੱਲੇ ਹਾਂ। ਐਕਚੁਅਲੀ ਪੜ੍ਹਾਈ ਇੱਕ ਬਹਾਨਾ ਹੈ। ਜੀ ਉਹ ਪੜ੍ਹਾਈ ਦੇ ਬਹਾਨੇ ਹੇਠ ਉੱਤੇ ਰੁਜ਼ਗਾਰ ਭਾਲਣ ਜਾਂਦੇ। ਔਰ ਇਹਨੂੰ ਆਪਾਂ ਦੇਖ ਸਕਦੇ ਹਾਂ ਸਾਰੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ 'ਚ, ਖਾਸ ਕਰਕੇ ਬਠਿੰਡੇ 'ਚ ਹੀ ਦੇਖ ਲਓ ਤੁਸੀਂ। ਜੀ ਬਠਿੰਡੇ ਦੇ ਵਿੱਚ ਜਿਹੜੇ ਹੈਗੇ ਆਲੇ ਦੁਆਲੇ ਦੇ ਜਿਹੜੇ ਵੱਡੇ ਵੱਡੇ ਸਕੂਲ ਇੰਸਟੀਚਿਊਟ ਹੈ ਜਿਹੜੇ, ਉਹਨਾਂ ਦੀ ਨਫਰੀ ਘਟ ਰਹੀ ਹੈ, ਜੀ ਗਿਣਤੀ ਉੱਥੇ ਘਟ ਰਹੀ ਹੈ। ਲੇਕਿਨ ਆਈਲੈਟ ਸੈਂਟਰ ਜਿਹੜੇ ਹੈਗੇ ਉਹ ਵੱਧ ਰਹੇ। ਬਿਲਕੁਲ ਜੀ। ਆਈਲੈਟ ਸੈਂਟਰ ਜਿਹੜੇ ਹੈਗੇ ਆ, ਤੁਸੀਂ ਅਜੀਤ ਰੋਡ ਤੇ ਚਲੇ ਜਾਓ, ਹੋਰ ਥਾਵਾਂ ਤੇ ਦੇਖੋ ਕਿੰਨੇ ਆਈਲੈਟ ਸੈਂਟਰ ਹੈ। ਜੀ +2 ਕੀਤੀ, ਕੋਈ ਹੋਰ ਟ੍ਰੇਨਿੰਗ ਨਹੀਂ ਕੀਤੀ, +2 ਕਰਕੇ ਸਿੱਧਾ ਬੱਚਾ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਜਿੱਥੇ ਵੀ ਕਿਤੇ ਕੋਈ ਮਾੜਾ ਮੋਟਾ ਢੋਈ ਮਿਲਦੀ ਉੱਥੇ ਚਲੇ ਜਾਂਦੇ ਅਤੇ ਉੱਥੇ ਜਾ ਕੇ ਆਪਣਾ ਰੁਜ਼ਗਾਰ ਕਰਦੇ। ਜੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹ ਗੱਲ ਜਿਹੜੀ ਬੜੀ ਮੰਦਭਾਗੀ ਹੈ ਅਤੇ ਮੇਰਾ ਸਵੇਰ ਦਾ ਦਿਲ ਜਿਹੜਾ ਬੜਾ ਖਰਾਬ ਹੋਇਆ ਹੈ। ਅਸਲ 'ਚ ਸਵੇਰੇ ਮੈਂ ਸੈਰ 'ਤੇ ਗਿਆ ਸਾਂ ਤਾਂ ਮੈਨੂੰ ਇੱਕ ਸੱਜਣ ਦਾ ਟੈਲੀਫੋਨ ਆਉਂਦਾ ਹੈ, ਜਿਨ੍ਹਾਂ ਦਾ ਨਾਂ ਹੈਗਾ ਕੁਲਵੰਤ ਸਿੰਘ ਸਿੱਧੂ। ਉਹਨਾਂ ਦਾ ਮੈਨੂੰ ਟੈਲੀਫੋਨ ਆਉਂਦਾ ਅਤੇ ਉਹ ਮੈਨੂੰ ਕਹਿੰਦੇ ਆ ਜੀ ਤੁਹਾਨੂੰ ਇੱਕ ਵੀਡੀਓ ਭੇਜੀ ਸੀ, ਦੇਖ ਲਈ? ਜੀ ਮੈਂ ਕਿਹਾ ਜੀ ਕਦੋਂ ਭੇਜੀ ਹੈ? ਉਹ ਕਹਿੰਦੇ ਵੀ ਮੈਂ ਰਾਤ ਭੇਜੀ ਸੀ। ਮੈਂ ਰਾਤ ਨੂੰ ਆਮ ਤੌਰ ਦੇ ਉੱਤੇ ਬੰਦ ਕਰ ਦਿੰਦਾ, ਉਹਨਾਂ ਨੇ ਸਵੇਰੇ ਕਿਸੇ ਹੋਰ ਪਲੇਟਫਾਰਮ 'ਤੇ ਕੰਮ ਕਰਨਾ ਹੁੰਦਾ ਹੈ, ਇਸ ਲਈ ਸਾਰੀਆਂ ਜਿਹੜੀਆਂ ਵੀਡੀਓਜ਼ ਵਗੈਰਾ ਜਾਂ ਜਿਹੜੇ ਵਟਸਐਪ ਹੈ ਉਹ ਦੇਖੇ ਨਹੀਂ ਜਾਂਦੇ। ਜੀ ਮੈਂ ਘਰ ਆ ਕੇ ਜਦੋਂ ਵੀਡੀਓ ਖੋਲ੍ਹ ਕੇ ਦੇਖੀ ਤਾਂ ਸੱਚਮੁੱਚ ਹੀ ਜਿਹੜਾ ਹੈਗਾ ਬਹੁਤ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਇਹ ਮੁੰਡੇ ਦਾ ਨਾਂ ਹੈ ਸੁਖਵਿੰਦਰ ਸਿੰਘ ਔਰ ਪਾਤੜਾਂ ਦੇ ਕੋਲੇ ਇਹਦਾ ਪਿੰਡ ਹੈ ਅਤੇ ਪਿੰਡ ਦਾ ਨਾਂ ਹੈ ਸਾਗਰਾ। ਜੀ ਇੱਥੋਂ ਦਾ ਰਹਿਣ ਵਾਲਾ ਹੈ। 2017 'ਚ ਕੈਨੇਡਾ ਪੜ੍ਹਨ ਲਈ ਚਲਾ ਗਿਆ ਸੀ। ਪੜ੍ਹਾਈ ਕੀਤੀ, ਪੜ੍ਹਾਈ ਦੇ ਨਾਲ ਨਿੱਕਾ ਮੋਟਾ ਕੰਮ ਕਰਦਾ ਰਿਹਾ। ਪੜ੍ਹਾਈ ਮੁਕੰਮਲ ਹੋਣ ਤੋਂ ਬਾਅਦ ਫਿਰ ਇਹਨੇ ਟਰੱਕ ਫੜ ਲਏ ਅਤੇ ਪਿਛਲੇ ਕਾਫੀ ਸਮੇਂ ਤੋਂ 4 ਸਾਲਾਂ ਤੋਂ ਇਹ ਟਰੱਕ ਚਲਾਉਂਦਾ ਆ ਰਿਹਾ ਸੀ। ਜੀ ਟਰੱਕ ਚਲਾਉਂਦਾ ਆ ਰਿਹਾ ਸੀਗਾ। ਇਹਦੇ ਨਾਲ ਇੱਕ ਮੁੰਡਾ ਹੋਰ ਸੀ। ਉਹ ਮੁੰਡਾ ਜਿਹੜਾ ਹੈਗਾ ਕੇਰਲਾ ਦਾ ਸੀ। ਸੁਖਵਿੰਦਰ ਦਾ ਕੱਲ੍ਹ ਜਨਮ ਦਿਨ ਸੀ ਜੀ ਔਰ ਜਨਮ ਦਿਨ ਦੇ ਉੱਤੇ ਇਹਨੇ ਆਉਣਾ ਸੀ। ਓਨਟਾਰੀਓ ਤੋਂ ਇਹ ਆਪਣੀ ਗੱਡੀ ਹੈ ਜਿਹੜੀ ਉਹਨੂੰ ਅਨਲੋਡ ਕਰਕੇ ਆ ਰਿਹਾ ਸੀ ਅਤੇ ਮਿਸੀਗਾਸਾ, ਜਿੱਥੇ ਦਾ ਛੋਟਾ ਭਰਾ ਵੀ ਸੀ, ਉੱਥੇ ਇਹਨੇ ਆਪਦੇ ਘਰ ਦੋਸਤਾਂ ਦੇ ਨਾਲ ਜਨਮ ਦਿਨ ਮਨਾਉਣਾ ਸੀ। ਟੈਲੀਫੋਨ ਕਰਤੇ ਕਿ ਮੈਂ ਆ ਰਿਹਾ, ਆਪਾਂ ਜਨਮ ਦਿਨ ਮਨਾਉਣੇ ਆ। ਲੇਕਿਨ ਮਿਸੀਗਾਸਾ ਤੋਂ 700 ਕਿਲੋਮੀਟਰ ਪਹਿਲਾਂ ਹੀ ਰਾਤ ਦੇ ਕਰੀਬ 3:30 ਵਜੇ ਇੱਕ ਟਰਾਲਾ ਅੱਗੋਂ ਆਉਂਦਾ ਅਤੇ ਦੋਨਾਂ ਦੇ ਦਰਮਿਆਨ ਟੱਕਰ ਹੁੰਦੀ ਹੈ। ਜੀ ਔਰ ਟੱਕਰ ਜਿਹੜੀ ਹੈ ਸਿੱਧੀ ਤੇਲ ਵਾਲੇ ਟੈਂਕਰ ਨਾਲ ਹੋਣ ਕਰਕੇ ਜ਼ੋਰਦਾਰ ਧਮਾਕਾ ਹੁੰਦਾ ਹੈ ਅਤੇ ਫਿਰ ਟਰਾਲੇ ਨੂੰ ਅੱਗ ਲੱਗ ਜਾਂਦੀ ਹੈ, ਜਿਸ ਵਿੱਚ ਗੁਰਪਿੰਦਰ ਆਪ ਅਤੇ ਉਹਦਾ ਸਹਾਇਕ ਜਿਹੜਾ ਕੇਰਲਾ ਦਾ ਰਹਿਣ ਵਾਲਾ ਸੀ, ਉਹ ਦੋਨੋਂ ਅੱਗ ਦੀ ਲਪੇਟ ਵਿੱਚ ਆ ਜਾਂਦੇ ਹੈ। ਪੁਲਿਸ ਮੌਕੇ 'ਤੇ ਪਹੁੰਚਦੀ ਹੈ, ਅੱਗ ਬੁਝਾਊ ਯੰਤਰ ਵੀ ਬੁਲਾਏ ਜਾਂਦੇ ਹੈ। ਲੇਕਿਨ ਅੱਗ ਕਿੰਨੀ ਭਿਆਨਕ ਸੀ ਇਹਦਾ ਅੰਦਾਜ਼ਾ ਤੁਸੀਂ ਇਸੇ ਗੱਲ ਤੋਂ ਲਾ ਸਕਦੇ ਹੋ ਕਿ ਅੱਗ ਨੂੰ ਕਾਬੂ ਕਰਨ ਵਾਸਤੇ 18 ਘੰਟੇ ਲੱਗੇ। ਜੀ 18 ਘੰਟੇ ਲੱਗੇ, ਸਭ ਕੁਛ ਗਮ 'ਚ ਤਬਦੀਲ ਹੋ ਗਿਆ। ਜਿਹੜੇ ਮਾਪਿਆਂ ਨੇ ਆਪਣੀ ਜ਼ਮੀਨ ਜਾਇਦਾਦ ਪਤਾ ਨਹੀਂ ਵਿਚਾਰੇ ਨੇ ਕਿੰਨੇ ਔਖੇ ਹੋ ਕੇ ਕਿਵੇਂ ਕਰਜ਼ਾ ਚੁੱਕ ਕੇ ਉਹਨੂੰ ਭੇਜਿਆ ਹੋਊਗਾ, ਉਹਨਾਂ ਦੇ ਸਾਰੇ ਸੁਪਨੇ ਚੱਕਣਾ ਚੂਰ ਹੋ ਗਏ। ਇੱਕਦਮ ਜਦੋਂ ਇਹ ਖਬਰ ਉਹਨਾਂ ਕੋਲ ਪਹੁੰਚਦੀ ਤਾਂ ਉਹਨਾਂ ਦੀ ਹਾਲਤ ਬੜੀ ਮਾੜੀ ਹੁੰਦੀ ਹੈ। ਅਤੇ ਮੈਂ ਦੇਖ ਰਿਹਾ ਸੀ ਇੱਕ ਜਿਹੜਾ ਹੈਗਾ ਆਪਣਾ ਪੱਤਰਕਾਰ, TV ਪੱਤਰਕਾਰ, ਪੁੱਛ ਰਿਹਾ ਸੀ ਉਹਦੇ ਬਾਪ ਨੂੰ ਕਿ ਬੱਚੇ ਦੀ ਡੈੱਡ ਬੋਡੀ ਕਿਵੇਂ ਲਿਆਉਂਗੇ, ਕਦੋਂ ਲਿਆਉਂਗੇ ਅਤੇ ਕਦੋਂ ਦਾ ਸੰਸਕਾਰ ਹੋਊਗਾ। ਅਤੇ ਉਹ ਜਦੋਂ ਇਹ ਗੱਲ ਦੱਸਣੀ ਪਵੇ ਬਾਪ ਨੂੰ, ਤੁਸੀਂ ਦੇਖੋ ਵੀ ਉਹਦੇ ਦਿਲ ਦੇ ਉੱਤੇ ਕੀ ਬੀਤਦੀ ਹੋਣੀ ਹੈ। ਕਹਿੰਦਾ ਵੀ ਸਾਨੂੰ ਤਾਂ ਪਿੰਜਰ ਵੀ ਨਹੀਂ ਮਿਲਣਾ। 18 ਘੰਟੇ ਜਿਹੜੀ ਅੱਗ ਲੱਗੀ ਰਹੀ ਹੈ, 18 ਘੰਟਿਆਂ ਦੇ ਵਿੱਚੋਂ ਦੋਨੋਂ ਬੱਚੇ ਜਿਹੜੇ ਹੈਗੇ ਸੜ ਕੇ ਸੁਆਹ ਹੋ ਗਏ। ਇਹ ਇੱਕ ਐਡਾ ਵੱਡਾ ਦੁਖਾਂਤ ਹੈ, ਜਿਹੜਾ ਦੁਖਾਂਤ ਜਿਹੜਾ ਹੈਗਾ ਮਾਪਿਆਂ ਨੂੰ ਝੱਲਣਾ ਬੜਾ ਮੁਸ਼ਕਿਲ ਹੈ। ਘਰੋਂ ਬੱਚੇ ਨੂੰ ਤੋਰਿਆ ਰੁਜ਼ਗਾਰ ਵਾਸਤੇ, ਜੇ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਫਿਰ ਬਾਹਰ ਜਾਣ ਦੀ ਕੀ ਲੋੜ ਹੈ। ਜੇ ਅਸੀਂ ਭਾਰਤ ਨੂੰ ਕੰਪੇਅਰ ਕਰੀਏ ਦੂਜੇ ਦੇਸ਼ਾਂ ਦੇ ਨਾਲ, ਸਾਡੇ ਕੋਲ ਸਾਧਨਾਂ ਦੀ ਕੋਈ ਕਮੀ ਨਹੀਂ। ਜੀ ਇੱਥੋਂ ਦੀ ਧਰਤੀ ਬੇਹੱਦ ਉਪਜਾਊ ਹੈ। ਜੇ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਦਲਵੀਰ ਜੀ, ਤਾਂ ਇਹ 3-3 ਫਸਲਾਂ ਜਿਹੜੀਆਂ ਇੱਕ ਸਾਲ 'ਚ ਲੈਂਦੀਆਂ। ਲੇਕਿਨ ਮੈਂ ਕੈਨੇਡਾ ਦੇ ਕਈ ਇਲਾਕਿਆਂ 'ਚ ਜਾ ਕੇ ਦੇਖਿਆ, ਉੱਥੇ ਸਾਲ ਦੇ ਵਿੱਚ 1 ਜਾਂ ਵੱਧ ਤੋਂ ਵੱਧ 2 ਫਸਲਾਂ ਹੀ ਹੁੰਦੀਆਂ। ਜੀ ਸਾਡੇ ਕੋਲ ਹਰ ਕਿਸਮ ਦਾ ਮੌਸਮ ਹੈ, ਸਾਡੇ ਕੋਲ ਪਹਾੜ ਵੀ ਹੈ, ਸਾਡੇ ਕੋਲ ਸਮੁੰਦਰ ਵੀ ਹੈ, ਸਾਡੇ ਕੋਲ ਮੈਦਾਨ ਵੀ ਹੈ। ਲੇਕਿਨ ਸਾਡਾ ਸਿਸਟਮ ਜਿਹੜਾ ਹੈਗਾ ਉਹ ਇੰਨਾ ਜਰਜਰ ਹੋ ਚੁੱਕਾ ਹੈ ਕਿ ਇਸ ਸਿਸਟਮ ਦੇ ਵਿੱਚੋਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਜੀ ਅਤੇ ਰੁਜ਼ਗਾਰ ਭਾਲਣ ਦੀ ਖਾਤਰ ਜਦੋਂ ਬੱਚੇ ਬਾਹਰ ਜਾਂਦੇ ਹੈ, ਮਾਪਿਆਂ ਨੂੰ ਹੁੰਦਾ ਕਿ ਬੁਢਾਪੇ 'ਚ ਆ ਕੇ ਸਾਡੀ ਡੰਗੋਰੀ ਬਣਨਗੇ। ਲੇਕਿਨ ਬਹੁਤੇ ਵਾਰੀ ਅਸੀਂ ਦੇਖਦੇ ਹਾਂ ਪਿਛਲੇ ਸਮੇਂ 'ਚ ਕਿ ਬੱਚੇ ਨੂੰ ਗਏ ਨੂੰ 4 ਦਿਨ ਹੋਏ ਸੀ, ਕਿਸੇ ਨੂੰ 10 ਦਿਨ ਹੋਏ ਸੀ, ਉਹਦੀ ਮੌਤ ਹੋ ਗਈ, ਹਾਰਟ ਅਟੈਕ ਹੋ ਗਿਆ ਵਗੈਰਾ ਵਗੈਰਾ। ਅਤੇ 17 ਦਾ ਗਿਆ ਹੋਇਆ ਸੀ ਬੱਚਾ, ਅਤੇ ਹੁਣ ਡੈੱਡ ਬੋਡੀ ਵੀ ਮਾਪਿਆਂ ਨੂੰ ਨਾ ਮਿਲੇ। ਬਹੁਤ ਅਸੀਂ ਉਸ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਨਾਲ ਅਸੀਂ ਸਰਕਾਰਾਂ ਨੂੰ ਨਿਹੋਰਾ ਵੀ ਦਿੰਦੇ ਹਾਂ ਕਿ ਇਹ ਠੀਕ ਹੈ, ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਤੁਸੀਂ ਅਤੇ ਤੁਹਾਡਾ ਆਲਾ ਦੁਆਲਾ, ਤੁਹਾਡੇ ਰਿਸ਼ਤੇਦਾਰ,
ਉਹਨਾਂ ਦੀ ਗਰੀਬੀ ਤਾਂ ਦੂਰ ਹੋ ਜਾਂਦੀ ਹੈ। ਕਦੇ ਇਹਨਾਂ ਗਰੀਬ ਹੱਥਾਂ ਵੱਲ ਵੀ ਦੇਖੋ, ਮਿਹਨਤੀ ਹੱਥਾਂ ਵੱਲ ਵੀ ਦੇਖੋ, ਇਹਨਾਂ ਨੂੰ ਰੁਜ਼ਗਾਰ ਦਿਓ, ਕੰਮ ਦਿਓ, ਤਾਂ ਕਿ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਜਾ ਕੇ ਲਾਸ਼ਾਂ 'ਚ ਤਬਦੀਲ ਨਾ ਹੋਣਾ ਪਵੇ ਜੀ। ਬਿਲਕੁਲ ਜੀ। ਢਿੱਲੋਂ ਸਾਹਿਬ, ਰੁੱਖ ਕਰਦੇ ਆ ਆਪਣੀ ਖਬਰ ਦਾ, ਕੈਨੇਡਾ ਦੇ ਨਾਲ ਹੀ ਜੁੜੀ ਹੋਈ ਆ। ਕੈਨੇਡਾ ਵੱਲੋਂ ਕੱਢੇ ਗਏ ਭਾਰਤੀ ਡਿਪਲੋਮੈਟ ਪੀਕੇ ਰਾਏ ਦੀ ਕੀ ਹੈ ਜੀ ਅਸਲ ਕਹਾਣੀ, ਕੀ ਪਿਛੋਕੜ ਆ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਪੀਕੇ ਰਾਏ ਦਾ ਨਾਂ ਜਗਜ਼ਾਰ ਨਹੀਂ ਸੀ ਹੋਣਾ ਚਾਹੀਦਾ ਜੀ, ਲੇਕਿਨ ਜਦੋਂ ਕੈਨੇਡਾ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਵਾਪਸ ਭੇਜਣਾ ਹੈ ਜੀ, ਉਹ ਡਿਪਲੋਮੈਟ, ਸੀਨੀਅਰ ਡਿਪਲੋਮੈਟ ਸੀ ਕੈਨੇਡੀਅਨ ਐਮਬੈਸੀ ਦੇ ਵਿੱਚ, ਭਾਰਤੀ ਐਮਬੈਸੀ ਜਿਹੜੀ ਕੈਨੇਡਾ ਦੇ ਵਿੱਚ ਹੈ, ਉੱਥੇ ਉਹ ਕੰਮ ਕਰਦੇ ਸੀ। ਪਿਛਲੇ ਦਿਨਾਂ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ 18 ਜੂਨ ਨੂੰ ਕਤਲ ਹੁੰਦਾ ਹੈ ਜੀ। ਬੜੇ ਭੇਦ ਭਰੇ ਹਾਲਾਤ ਵਿੱਚ। ਕਤਲ ਕਿਹਨੇ ਕੀਤਾ ਹਾਲੇ ਤੱਕ ਇਹਦੀ ਕੋਈ ਉਗ ਸੁਗ ਨਹੀਂ ਨਿਕਲੀ ਜੀ। ਲੇਕਿਨ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਨੂੰ ਐਡਰੈਸ ਕਰਦਿਆਂ ਜਦੋਂ ਇਹ ਗੱਲ ਕਹੀ ਕਿ ਇਹਦੇ ਵਿੱਚ ਭਾਰਤੀ ਏਜੰਟਾਂ ਦੀ ਦਖਲਅੰਦਾਜ਼ੀ ਹੈ ਜੀ, ਉਹਨਾਂ ਨੇ ਇਹ ਗੱਲ ਕੀਤੀ ਹੈ। ਅਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ G20 ਸਮਾਗਮ ਦੇ ਮੌਕੇ ਦੇ ਉੱਤੇ ਗੱਲ ਦੱਸ ਵੀ ਦਿੱਤੀ ਸੀ ਅਤੇ ਹੁਣ ਉਹਨਾਂ ਨੇ ਉਹ ਗੱਲ ਜਗ ਜ਼ਾਹਰ ਕਰਤੀ। ਇੱਕ ਪਾਸੇ ਉਹਨਾਂ ਨੇ ਇਹ ਗੱਲ ਜਗ ਜ਼ਾਹਰ ਕੀਤੀ ਕਿ ਜੀ ਉਹ ਆਹ ਹੋ ਗਿਆ, ਅਤੇ ਨਾਲ ਦੀ ਨਾਲ ਹੀ ਫਿਰ ਜਿਹੜੀ ਕੈਨੇਡਾ ਦੀ ਵਿਦੇਸ਼ ਮੰਤਰੀ ਹੈ ਜਾਂ ਵਿਦੇਸ਼ ਸੈਕਟਰੀ ਜੋ ਵੀ ਆਪਾਂ ਉਹਨਾਂ ਨੂੰ ਕਹਿ ਲਈਏ, ਉਹਨਾਂ ਨੇ ਸਾਡੇ ਇੱਕ ਡਿਪਲੋਮੈਟ ਨੂੰ ਵਾਪਸ ਕੱਢਣ ਦਾ ਫੈਸਲਾ ਕਰ ਲਿਆ ਅਤੇ ਨਾਲ ਨਾਂ ਵੀ ਜਗ ਜ਼ਾਹਰ ਕਰਤਾ ਕਿ ਉਹਦਾ ਨਾਂ ਪੀਕੇ ਰਾਏ ਹੈ ਜੀ। ਪੀਕੇ ਰਾਏ ਮੂਲ ਰੂਪ ਦੇ ਵਿੱਚ ਬਿਹਾਰ ਦੇ ਜੰਮਪਲ ਹੈ। 1997 ਬੈਚ ਦੇ ਉਹ IPS ਆਫਿਸਰ ਹੈ ਜੀ, ਔਰ ਸਾਡੇ ਜ਼ਿਲ੍ਹੇ ਦੇ ਵਿੱਚ ਉਹ ਇੱਥੇ ਬਤੌਰ ASP ਕੰਮ ਕਰਕੇ ਗਏ ਹੈ ਜੀ। ASP ਹੁੰਦਿਆਂ ਹੋਇਆ ਮੈਂ ਉਹਨਾਂ ਦੀ ਜਿਹੜੀ ਇਹ ਜੁਰਤ ਅਤੇ ਉਹਨਾਂ ਦੀ ਲੀਡਰਸ਼ਿਪ ਕੁਆਲਿਟੀਜ਼ ਦੇਖੀਆਂ ਵੀ ਹੈ ਜੀ। ਉਦੋਂ 2 ਇਨਸੀਡੈਂਟਸ ਵਾਪਰਦੀਆਂ। ਇੱਕ ਇਨਸੀਡੈਂਟ ਵਾਪਰੀ ਸੀ ਜਿੱਥੇ ਆਪਣਾ ਫੇਸ 2 ਹੈ ਮਾਡਲ ਟਾਊਨ ਦਾ। ਇੱਥੇ ਝੁੱਗੀ ਝੌਂਪੜੀ ਵਾਲੇ ਬੈਠੇ ਸੀਗੇ, ਕਬਜ਼ੇ ਸੀ, ਲੋਕਾਂ ਨੂੰ ਕਬਜ਼ਾ ਦੇਣਾ ਸੀਗਾ, ਉਹ ਉਹਨਾਂ ਨੂੰ ਉਠਾਉਣ ਦੀ ਗੱਲ ਬਣਦੀ ਸੀ। ਉਹਨਾਂ ਦਿਨਾਂ ਦੇ ਵਿੱਚ ਸਾਡੇ ਇੱਥੇ ਇੰਸਪੈਕਟਰ ਲੱਗੇ ਹੁੰਦੇ ਸੀ ਸਰਦਾਰ ਭੁਪਿੰਦਰ ਸਿੰਘ ਸਿੱਧੂ, ਜਿਹੜੇ ਹੁਣ ਇਸ ਵੇਲੇ SSP ਰਹਿ ਚੁੱਕੇ ਹੈ ਫਿਰੋਜ਼ਪੁਰ ਦੇ, ਔਰ ਇੱਥੋਂ ਦੇ ਵੀ ਫਾਜ਼ਿਲਕਾ ਦੇ ਵੀ SSP ਰਹਿ ਚੁੱਕੇ ਹੈ। ਉਹ ਮਲੇਰਕੋਟਲੇ ਦੇ ਵੀ SSP ਰਹਿ ਚੁੱਕੇ ਹੈ। ਇਸ ਵੇਲੇ ਉਹ ਬਤੌਰ AIG ਪੁਲਿਸ ਵਿਭਾਗ ਦੇ ਵਿੱਚ ਹੀ ਕੰਮ ਕਰਦੇ ਹੈ ਜੀ। ਉਹ SHO ਲੱਗੇ ਹੁੰਦੇ ਸੀ, ਡਾਇਰੈਕਟ ਇੰਸਪੈਕਟਰ ਭਰਤੀ ਹੋਏ ਸੀ। ਅਤੇ ਉਸ ਵੇਲੇ ਇੱਕਦਮ ਉਹਨਾਂ ਦੇ ਆ ਕੇ ਇੱਕ ਪੱਥਰ ਵੱਜਦਾ, ਕਿਉਂਕਿ ਤਹਿਸੀਲਦਾਰ ਜੀ ਦੀ ਮੌਕੇ 'ਤੇ ਡਿਊਟੀ ਲਾਈ ਸੀ। ਉਹ ਤਹਿਸੀਲਦਾਰ ਦੇ ਕੋਲ ਆਪਣਾ ਰਿਵਾਲਵਰ ਸੀਗਾ, ਬੰਦ ਉਹਦੇ ਕੋਲ ਗੱਡੀ ਸੀ। ਜਦੋਂ ਦੇਖਿਆ ਕਿ ਲੋਕ ਜ਼ਿਆਦਾ ਇਕੱਠੇ ਹੋ ਰਹੇ ਹੈ, ਆਪਦੇ ਇਹਨੇ ਤਾਂ ਤਹਿਸੀਲਦਾਰ ਨੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਇੱਕ ਫਾਇਰ ਕਰਤਾ ਅਤੇ ਮੌਬ ਫਿਰ ਉਹਨਾਂ ਨੂੰ ਪੈ ਗਿਆ। ਅਤੇ ਨਤੀਜਾ ਇਹ ਹੋਇਆ ਕਿ ਤਹਿਸੀਲਦਾਰ ਨੂੰ ਤਾਂ ਕਹਿੰਦਾ ਪੱਥਰੇ ਬਾਜ ਜਾ, ਭੱਜ ਜਾ ਤੂੰ, ਤੈਨੂੰ ਨਾ ਕਿਤੇ ਮਾਰ ਦੇਣ। ਅਤੇ ਉਹ ਪੱਥਰ ਜਿਹੜੇ ਸੀਗੇ ਐਜੀਟੇਟਰ ਲੋਕ ਉਹਨਾਂ ਨੇ ਚਲਾਏ ਸੀ, ਅਤੇ ਪੱਥਰ ਉਹਨਾਂ ਦੀ ਅੱਖ 'ਤੇ ਵੱਜ ਗਿਆ ਸੀ ਜੀ। ਉਸ ਵੇਲੇ ਮੈਂ ਦੇਖਿਆ ਵੀ ਪੀਕੇ ਰਾਏ ਨੇ ਬੜੀ ਲੀਡਰਸ਼ਿਪ ਕੁਆਲਿਟੀ ਦੇ ਰੂਪ ਦੇ ਵਿੱਚ ਆਪ ਸਾਹਮਣੇ ਆ ਕੇ ਉਹਨਾਂ ਨੂੰ ਕੰਟਰੋਲ ਕੀਤਾ ਜੀ। ਫਿਰ ਤੁਹਾਡੇ ਯਾਦ ਹੋਣਾ ਜਿੱਥੇ ਪਾਵਰ ਹਾਊਸ ਰੋਡ ਆ, ਆਪਣੇ ਪਾਵਰ ਹਾਊਸ ਰੋਡ ਜਿੱਥੋਂ ਸ਼ੁਰੂ ਹੁੰਦੀ ਹੈ, ਇੱਥੇ ਬਿਜਲੀ ਬੋਰਡ ਦਾ ਦਫ਼ਤਰ ਹੁੰਦਾ ਸੀ ਜੀ। ਅਕਾਲੀ ਦਲ ਦੀ ਸਰਕਾਰ ਹੁੰਦੀ ਸੀ 1997 ਦੇ ਵਿੱਚ, 97-98 ਦੇ ਵਿੱਚ, 99 ਵੀ ਹੋ ਸਕਦਾ ਹੈ। ਉਸ ਸਰਕਾਰ ਦੇ ਦੌਰਾਨ ਐਜੀਟੇਸ਼ਨ ਕਰਦੇ ਸੀ ਮੁਲਾਜ਼ਮ ਜੀ। ਅਤੇ ਮਲੂਕਾ ਸਾਹਿਬ ਹੁੰਦੇ ਸੀਗੇ ਉਦੋਂ ਬਿਜਲੀ ਮੰਤਰੀ, ਇਹਨਾਂ ਦੇ ਖਿਲਾਫ ਕਾਫੀ ਰੋਸ ਪ੍ਰਗਟ ਕਰਦੇ ਸੀ ਜੀ। ਇੱਥੇ ਫਿਰ ਜਿਹੜਾ ਹੈਗਾ ਟਕਰਾਅ ਹੁੰਦਾ ਪੁਲਿਸ ਦਾ, ਅਤੇ ਫਿਰ ਇੱਕ ਜਿਹੜੀ ਹੈਗੀ ਹੈ ਪੱਥਰ ਉਸੇ ਅੱਖ ਦੇ ਉੱਤੇ ਭੁਪਿੰਦਰ ਸਿੰਘ ਦੇ ਫਿਰ ਵੱਜ ਜਾਂਦਾ ਹੈ ਜੀ। ਅਤੇ ਉਸ ਵੇਲੇ ਫਿਰ ਮੈਂ ਦੇਖਿਆ ਵੀ ਉਦੋਂ ਵੀ ਮੂਹਰੇ ਹੋ ਕੇ ਆਪਣੀ ਜਾਨ ਤੋਂ ਬੇਪਰਵਾਹ ਹੋ ਕੇ ਪੀਕੇ ਰਾਏ ਨੇ ਉਸ ਕੰਮ ਨੂੰ ਸੰਭਾਲਿਆ ਜੀ। ਬਾਅਦ ਦੇ ਵਿੱਚ ਪੀਕੇ ਰਾਏ ਸਾਹਿਬ ਜਦੋਂ ਪ੍ਰਮੋਟ ਹੋ ਜਾਂਦੇ ਆ ਅਤੇ ਫਿਰ ਇਹਨਾਂ ਨੂੰ ਲਾ ਦਿੱਤਾ SSP ਤਰਨਤਾਰਨ ਜੀ। ਅੱਜ ਅਸੀਂ ਨਸ਼ੀਲੇ ਪਦਾਰਥਾਂ ਦੀ ਗੱਲ ਕਰਦੇ ਹਾਂ, ਆਪਾਂ ਸਿੰਥੈਟਿਕ ਨਸ਼ੇ ਦੀ ਗੱਲ ਕਰਦੇ ਹਾਂ ਜੀ। ਕਿਸੇ ਜ਼ਮਾਨੇ ਦੇ ਵਿੱਚ ਹੁੰਦੀ ਸੀ ਕਿ ਫਲਾਣੇ ਥਾਂ ਤੋਂ ਫੀਮ ਫੜੇਗੀ, ਭੁੱਕੀ ਫੜੇਗੀ, ਵੱਡੀ ਖਬਰ ਉਹ ਹੁੰਦੀ ਸੀ। ਹੁਣ ਫੀਮ ਦਾ, ਭੁੱਕੀ ਦਾ ਭਾਵੇਂ ਟਰੱਕ ਫੜਿਆ ਜਾਵੇ, ਉਹ ਖਬਰ ਵੱਡੀ ਨਹੀਂ ਬਣਦੀ। ਵੱਡੀ ਖਬਰ ਇਹ ਬਣਦੀ ਹੈ ਕਿ 2 ਕਿਲੋ ਹੈਰੋਇਨ ਫੜੇਗੀ ਜੀ। ਲੇਕਿਨ ਉਸ ਵੇਲੇ ਇਹਨਾਂ ਨੇ, ਅਕਾਲੀ ਸਰਕਾਰ ਸੀ, ਤਰਨਤਾਰਨ ਦੇ SSP ਹੁੰਦਿਆਂ ਇੱਕ ਅਕਾਲੀ MLA ਦੀ ਗੱਡੀ ਦੇ ਵਿੱਚੋਂ 10 ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਪਹਿਲੀ ਖੇਪ ਸੀ ਉਹ ਜੀ। ਔਰ ਉਦੋਂ ਇਹ ਪਤਾ ਲੱਗਿਆ ਸੀ ਕਿ ਇਹ ਸਿੰਥੈਟਿਕ ਨਸ਼ਾ ਜਿਹੜਾ ਇੱਥੇ ਆਉਣਾ ਸ਼ੁਰੂ ਹੋ ਗਿਆ। ਹੁਣ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ ਕਿ ਨਸ਼ਾ ਕਦੋਂ ਹੋਇਆ ਸੀ, ਅਕਾਲੀ ਸਰਕਾਰ, ਪੰਜਾਬ ਪੁਲਿਸ ਦੇ ਅਫਸਰ ਨੇ SSP ਨੇ ਉਹਨੂੰ ਫੜਿਆ ਅਤੇ ਫਿਰ ਰੌਲਾ ਪਿਆ ਜੀ। ਉਹਨਾਂ ਦੀ ਫਿਰ ਟਰਾਂਸਫਰ ਕਰਤੀ ਸੀ। ਟਰਾਂਸਫਰ ਕਰਨ ਤੋਂ ਬਾਅਦ ਉਹ ਜਲੰਧਰ ਚਲੇ ਗਏ ਜਾਂ ਅੰਮ੍ਰਿਤਸਰ ਕਰਤੀ। ਉੱਥੇ ਫਿਰ ਜਿਹੜੀ ਹੈਗੀ ਹੈ ਅੰਮ੍ਰਿਤਸਰ ਅਤੇ ਜਲੰਧਰ 2 ਥਾਵਾਂ 'ਤੇ SSP ਇਹ ਹੋਰ ਰਹੇ ਹੈ, ਮੋਗੇ ਵੀ ਰਹੇ ਹੈ ਵੈਸੇ ਜੀ। ਉੱਥੇ ਫਿਰ ਜਿਹੜੀਆਂ ਕੁਛ ਹੋਰ ਘਟਨਾਵਾਂ ਵਾਪਰੀਆਂ ਉਹ ਵੀ ਬੜੀਆਂ ਇੰਟਰਸਟਿੰਗ ਹੈ ਜੀ। ਇੱਕ ਤਾਂ ਤੁਸੀਂ ਸੁਣਿਆ ਹੋਣਾ
ਇੱਕ SSP ਹੁੰਦਾ ਸੀ ਕੁਲਤਾਰ ਸਿੰਘ, ਜੀ ਅੰਮ੍ਰਿਤਸਰ ਲੱਗਿਆ ਹੁੰਦਾ ਸੀ। ਕੁਲਤਾਰ ਸਿੰਘ ਨੇ ਕਿਸੇ ਪਰਿਵਾਰ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਸੀ ਕਿ ਪਰਿਵਾਰ ਦੇ 5 ਜੀ ਉਹਨਾਂ ਨੇ ਸਾਰਿਆਂ ਨੇ ਸਮੂਹਿਕ ਖੁਦਕੁਸ਼ੀ ਕਰ ਲਈ ਸੀ। ਜੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਪਰਿਵਾਰ ਦੇ ਜਿਹੜਾ ਹੈੱਡ ਸੀ ਉਹਨੇ ਕੰਧਾਂ ਦੇ ਉੱਤੇ ਖੁਦਕੁਸ਼ੀ ਨੋਟ ਲਿਖਤਾ ਸੀ ਕਿ ਅਸੀਂ ਕੁਲਤਾਰ ਸਿੰਘ ਦੇ ਤਪਾਏ ਹੋਏ ਖੁਦਕੁਸ਼ੀ ਕਰਦੇ ਹਾਂ। ਜੀ ਕੁਝ ਚਿੱਠੀਆਂ ਲਿਖ ਕੇ ਉਹਨਾਂ ਨੇ ਉੱਪਰਲੇ ਅਧਿਕਾਰੀਆਂ ਨੂੰ ਪਾਤੀਆਂ ਸੀ ਤੇ ਆਪਣੇ ਮਿੱਤਰਾਂ ਨੂੰ ਵੀ ਭੇਜਤੀਆਂ ਸੀ ਕਿ ਸਾਡੀ ਮੌਤ ਦਾ ਜ਼ਿੰਮੇਵਾਰ SSP ਕੁਲਤਾਰ ਸਿੰਘ ਹੈ। ਜੀ ਇਹ ਉਹਨਾਂ ਦਿਨਾਂ ਦੇ ਵਿੱਚ ਮਾਮਲਾ ਇਹਨਾਂ ਕੋਲੇ ਆ ਗਿਆ, PK ਰਾਏ ਕੋਲੇ। PK ਰਾਏ ਹੋਣਾ ਨੇ ਉਹਦੀ ਤਫਤੀਸ਼ ਕੀਤੀ, ਬੜਾ ਪ੍ਰੈਸ਼ਰ ਬਿਲਡ ਹੋਇਆ, ਪੁਲਿਸ ਦੇ ਅੰਦਰੋਂ ਵੀ ਹੋਇਆ, ਬਾਹਰੋਂ ਵੀ ਹੋਇਆ ਕਿ ਕੁਲਤਾਰ ਸਿੰਘ ਨੂੰ ਬਖਸ਼ ਦਿਓ, ਲੇਕਿਨ ਇਹਨਾਂ ਨੇ ਕਿਹਾ ਨਹੀਂ, ਬਖਸ਼ਣਾ ਨਹੀਂ। ਤੇ ਇਹਨਾਂ ਨੇ PK ਰਾਏ ਹੋਣਾ ਨੇ ਉਸ ਕੇਸ ਨੂੰ ਜਿਹੜਾ ਸਿਰੇ ਚੜਾਇਆ, ਤਫਤੀਸ਼ ਕੀਤੀ, ਵਧੀਆ ਉਹਦੇ 'ਚ ਐਵੀਡੈਂਸ ਲੈਂਦੀ। ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ ਕਿ ਕੁਲਤਾਰ ਸਿੰਘ ਨੂੰ 8 ਸਾਲ ਦੀ ਫਿਰ ਕੈਦ ਹੋਈ, ਜੀ ਜਦੋਂ ਕਿ ਉਹ DIG ਬਣ ਗਿਆ ਸੀ। ਜੀ ਇੱਕ SP ਵੱਲੋਂ ਤਫਤੀਸ਼ ਕੀਤੀ ਜਾਂਦੀ ਹੈ ਤੇ DIG ਨੂੰ ਕੈਦ ਹੋਵੇ, ਛੋਟੀ ਗੱਲ ਨਹੀਂ ਹੁੰਦੀ। ਜੀ ਫਿਰ ਜਿਹੜੀ ਆਪਾਂ ਇਹਨਾਂ ਦੀ ਅਗਲੀ ਕਾਰਵਾਈ ਦੇਖਦੇ ਹਾਂ, ਉਹ ਅਗਲੀ ਕਾਰਵਾਈ ਇਹਨਾਂ ਦੀ ਇਹ ਹੈ ਕਿ ਇਹ ਜਲੰਧਰ 'ਚ SSP ਸੀ। ਜੀ ਉਹਨਾਂ ਦਿਨਾਂ ਦੇ ਵਿੱਚ ਇੱਕ ਬੜਾ ਚਰਚਿਤ IPS PPS ਅਫਸਰ ਹੁੰਦਾ ਸੀ ਜਿਹਦਾ ਨਾਂ ਸੀ ਸ਼ਿਵ ਕੁਮਾਰ। ਜੀ ਸ਼ਿਵ ਕੁਮਾਰ ਜਿਹੜਾ ਪੰਜਾਬ ਦਾ ਕਾਲਾ ਦੌਰ ਸੀ, ਉਸ ਕਾਲੇ ਦੌਰ ਦੇ ਵਿੱਚ ਲੁਧਿਆਣੇ 'ਚ ਬੜੀਆਂ ਉੱਚੀਆਂ ਪੋਜੀਸ਼ਨਾਂ 'ਤੇ ਰਿਹਾ ਸੀ, ਥੱਲਿਓਂ ਚੱਲ ਕੇ। ਔਰ ਉਹਨੇ ਬੜੇ ਇਨਕਾਊਂਟਰ ਵਗੈਰਾ ਕੀਤੇ ਸੀ, ਇਲਜ਼ਾਮ ਲੱਗਦੇ ਸੀ ਕਿ ਬੜੇ ਬੇਗੁਨਾਹ ਲੋਕਾਂ ਨੂੰ ਮਾਰਿਆ। ਜੀ ਪੈਸੇ ਦੀ ਕਮੀ ਕੋਈ ਨਹੀਂ ਸੀ। ਤੇ ਮੈਂ ਇਹ ਵੀ ਯਾਦ ਕਰਾ ਦੇਵਾਂ ਤੁਹਾਡੇ, ਇਹ ਉਹੀ ਸ਼ਿਵ ਕੁਮਾਰ ਹੈ ਜਿਸ ਸ਼ਿਵ ਕੁਮਾਰ ਨੇ ਆਪਣੇ ਗਨਮੈਨਾਂ ਨੂੰ ਭੇਜਿਆ ਸੀ। SSP ਵਿਜੀਲੈਂਸ ਹੁੰਦਾ ਸੀ, ਇਹ ਪਟਿਆਲੇ ਲੱਗਿਆ ਵਾ, ਪਟਵਾਰੀ ਮੋਹਨ ਸਿੰਘ ਕੋਲੇ ਕਿ ਜਾਓ ਜੀ, ਮੋਹਨ ਸਿੰਘ ਭੇਡਪੁਰਾ ਦੇ ਕੋਲੇ ਜਾਓ, ਪਟਵਾਰੀ ਕੋਲੇ, ਤੇ ਉਹ ਤੋਂ ਨੰਬਰ ਲੈ ਕੇ ਆਓ, ਮੇਰੀ ਜਮ੍ਹਾਂਬੰਦੀ ਲੈ ਕੇ ਆਓ, ਕੋਈ ਪ੍ਰੋਪਰਟੀ ਸੀ ਛੋਟੀ ਜੀ। ਜੀ ਉਹ ਗਏ, ਉਹਨਾਂ ਨੇ ਕਿਹਾ ਜੀ ਸਾਨੂੰ ਜਮ੍ਹਾਂਬੰਦੀ ਚਾਹੀਦੀ ਹੈ, ਤੇ ਪਟਵਾਰੀ ਸਾਹਿਬ ਨੇ ਜਮ੍ਹਾਂਬੰਦੀ ਲਾਤੀ। ਜਦੋਂ ਉਹ ਮੁਲਾਜ਼ਮ ਤੁਰਨ ਲੱਗੇ, ਉਹ ਕਹਿੰਦੇ ਜੀ ਆ ਸਰਕਾਰੀ ਫੀਸ ਆ 20 ਰੁਪਏ ਤੇ ਉਹ ਦੇ ਜੋ। ਜੀ ਉਹ ਮੁਲਾਜ਼ਮਾਂ ਨੂੰ ਲੱਗਾ, ਕਹਿੰਦੇ ਜੀ SSP, ਉਹ ਕਹਿੰਦਾ ਮੈਂ ਕਿਹੜਾ ਭਾਈ ਬੇਈਮਾਨੀ ਕਰਦਾ, ਮੈਂ ਤਾਂ ਹੁਣ ਜਿਹੜੀ ਹੈ ਸਰਕਾਰੀ ਫੀਸ ਤਾਂ ਲੈਣੀ ਹੈ। ਰੁਪਈਏ 20 ਦੇਤੇ ਉਹਨਾਂ ਨੇ ਜਾ ਕੇ, ਤੇ ਦੱਸਤਾ SSP ਨੂੰ ਵੀ ਰੁਪਈਏ 20 ਲੈ ਲਈ। ਫਿਰ ਜੋ ਕੁਛ ਮੋਹਨ ਸਿੰਘ ਨਾਲ ਕੀਤਾ, ਉਹ ਬਾਅਦ ਪੰਜਾਬ ਦੀ ਪਟਵਾਰ ਯੂਨੀਅਨ ਦੇ ਪ੍ਰਧਾਨ ਵੀ ਰਹੇ ਹੈ। ਜੀ ਫਿਰ ਉਹ ਕਾਨੂੰਗੋ ਯੂਨੀਅਨ ਦੇ ਪ੍ਰਧਾਨ ਵੀ ਬਣ ਗਏ ਸੀ ਮੇਰੇ ਖਿਆਲ ਮੁਤਾਬਕ। ਉਹਨਾਂ ਨੂੰ ਫਿਰ ਇਹਨਾਂ ਨੇ ਝੂਠਾ ਪਰਚਾ ਦਰਜ ਕਰਕੇ ਉਹ ਕਿਹੜੀ ਮਤਲਬ ਜਿਹੜੇ ਹੈਗਾ ਟੌਰਚਰ ਦਾ ਢੰਗ ਤਰੀਕਾ ਜਿਹੜਾ ਨਹੀਂ ਇਸਤੇਮਾਲ ਕੀਤਾ, ਤੇ ਬਹੁਤ ਬੁਰੀ ਤਰ੍ਹਾਂ ਜ਼ਲੀਲ ਕੀਤਾ ਸੀ। ਜੀ ਉਸ ਵੇਲੇ ਪੰਜਾਬ ਦੇ ਵਿੱਚ ਪਟਵਾਰੀਆਂ ਦੀ ਇੱਕ ਬਹੁਤ ਵੱਡੀ ਜਿਹੜੀ ਐਜੀਟੇਸ਼ਨ ਚੱਲੀ ਸੀ, ਤੇ ਉਸ ਐਜੀਟੇਸ਼ਨ ਦੇ ਚੱਲਦਿਆਂ ਮੁਕੱਦਮਾ ਵੀ ਦਰਜ ਹੋ ਗਿਆ ਸੀ। ਮੁਕੱਦਮਾ ਅਜੇ ਤੱਕ ਵੀ ਉਤਰਿਆ ਫਿਰਦਾ, ਕਿਉਂਕਿ ਵੱਡੇ ਬੰਦੇ ਛੇਤੀ ਕੀਤੇ ਪੈਰ ਨਹੀਂ ਲੱਗਣ ਦਿੰਦੇ। ਜੀ ਇਸੇ ਸ਼ਿਵ ਕੁਮਾਰ ਦਾ ਮੁੰਡਾ ਹੁੰਦਾ ਸੀ ਇੱਕ। ਜੀ ਉਹ ਮੁੰਡੇ ਨੇ ਹੀਰੇ ਜਵਾਹਰਾਤਾਂ ਦੀ ਕੀਤੀ ਹੋਈ ਸੀ ਦੁਕਾਨ ਲੁਧਿਆਣੇ। ਜੀ ਤੇ ਇੱਕ ਬੰਦਾ ਉਹਨੂੰ ਮਤਲਬ ਜਿਹੜਾ ਹੈਗਾ ਹੀਰੇ ਦੇਣ ਵਾਸਤੇ ਆਇਆ ਸੀ। ਉਹ ਹੀਰੇ ਲੈਣ ਕੇ ਉਹਨੂੰ ਜੋ ਵੀ ਹੀਰੇ ਲੈ ਲਓ, ਸੋਨਾ ਲੈ ਲਓ, ਜੋ ਵੀ ਸੀ ਗਹਿਣੇ ਦੇਣ ਵਾਸਤੇ ਆਇਆ। ਜੀ ਉਹਦੇ ਨਾਲ ਸੌਦੇ ਪੱਤੇ ਵਾਲੀ ਕੋਈ ਗੱਲਬਾਤ ਕਰਾ ਕੇ ਤੇ ਉਹਨੂੰ ਤੋੜਤਾ, ਤੇ ਰਾਹ ਦੇ ਵਿੱਚ ਫਿਰ ਆਪਦੇ ਗਨਮੈਨਾਂ ਦੀ ਮਦਦ ਦੇ ਨਾਲ ਉਸ ਬੰਦੇ ਨੂੰ ਲੁੱਟ ਲਿਆ ਸੀ। ਜੀ ਔਰ ਉਸ ਵੇਲੇ ਦੇ ਮਤਲਬ ਜਿਹੜਾ ਖੂੰਖਾਰ SSP ਹੋਵੇ, ਐਡਾ ਵੱਡਾ ਅਫਸਰ ਹੋਵੇ, ਉਹਦੇ ਮੁੰਡੇ ਦੇ ਖਿਲਾਫ ਵੀ PK ਰਾਏ ਨੇ ਫਿਰ ਮਤਲਬ ਮੁਕੱਦਮਾ ਵੀ ਦਰਜ ਕੀਤਾ, ਤੇ ਉਹਦੇ ਤੇ ਕੇਸ ਬਣਾ ਕੇ ਉਹਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ ਸੀ। ਜੀ ਇਹ ਥੋੜ੍ਹੀ ਜਿਹੀ ਮਤਲਬ ਜਿਹੜੀ ਹੈਗੀ ਹੈ ਇਹਨਾਂ ਦੀ ਹਿਸਟਰੀ ਹੈ ਜਿਹੜੀ ਪੰਜਾਬ ਵਾਲੀ ਹੈ। ਜੀ ਇਹਦੇ ਨਾਲ ਹੀ PK ਰਾਏ ਦੀ ਆਪਾਂ ਦੇਖੀਏ 2010 ਦੇ ਵਿੱਚ ਫਿਰ ਇਹ ਪੰਜਾਬ ਦੇ ਹਾਲਾਤ ਕੁਛ ਇਹੋ ਜਿਹੇ ਬਣ ਗਏ ਕਿ ਇੱਥੇ ਸਰਕਾਰ ਅਕਾਲੀਆਂ ਦੀ ਫੇਰ ਆ ਗਈ। ਜੀ ਤੇ ਉਹਦੇ ਸਰਕਾਰ ਦੇ ਨਾਲ ਮਤਲਬ ਕੱਟਿਆ ਨਹੀਂ ਜਾਣਾ ਸੀ। ਤੇ ਉਸ ਵੇਲੇ ਸੁਮੰਤ ਗੋਇਲ ਜੀ ਜਿਹੜੇ ਰਾਹ ਦੇ ਵਿੱਚ ਹੁੰਦੇ ਸੀ, ਉਹਨਾਂ ਦੀ ਨਜ਼ਰ ਪੈ ਗਈ ਵੀ ਬੰਦਾ ਕੰਮ ਦਾ ਹੈ, ਤੇ ਉਹ ਇਹ ਦਿੱਲੀ ਚਲੇ ਗਏ ਸੀ ਡੈਪੂਟੇਸ਼ਨ ਦੇ ਉੱਤੇ, ਤੇ ਉੱਥੇ ਫਿਰ ਉਹਨਾਂ ਨੇ ਰਾਹ ਦੇ ਵਿੱਚ ਹੀ ਇਹਨੂੰ ਰੱਖ ਲਿਆ ਸੀ। ਜੀ ਔਰ ਰਾਹ ਦੇ ਵਿੱਚ ਹੀ PK ਰਾਏ ਸਾਹਿਬ ਉਦੋਂ ਦੇ ਕੰਮ ਕਰਦੇ। ਤੇ ਹੁਣ ਇਹ ਆਪਾਂ ਨੂੰ ਪਤਾ ਹੁੰਦਾ ਹੀ ਹੈ ਸਾਰਿਆਂ ਨੂੰ ਕਿ ਜਿਹੜੀਆਂ ਸਾਡੀਆਂ ਅੰਬੈਸੀਆਂ, ਉੱਥੇ ਮਿਲਟਰੀ ਅਟੈਚੀ ਕਹਿ ਦਿਓ, ਉੱਥੇ ਕੁਛ ਹੋਰ ਕਹਿ ਦਿਓ, ਡਿਪਲੋਮੈਟ ਕਹਿ ਦਿਓ, ਉਹ ਇਸੇ ਕੰਮ ਤੇ ਲਾਏ ਜਾਂਦੇ ਆ ਕਿ ਆਪਣੇ ਦੇਸ਼ ਦੇ ਹਿੱਤਾਂ ਦੀ ਸੁਰੱਖਿਆ ਕੀਤੀ ਜਾਵੇ, ਉਹਦੇ ਵਾਸਤੇ ਜਿਹੜਾ ਕੰਮ ਕਰਨਾ ਪਵੇ ਤੇ ਕੀਤਾ ਜਾਂਦਾ ਹੈ। ਜੀ ਜਸੂਸੀ ਵਗੈਰਾ ਦਾ ਕੰਮ ਉਹ ਇਹਨਾਂ ਨੂੰ ਦਿੱਤਾ ਹੋਇਆ ਸੀ। ਜੀ ਹੁਣ ਉੱਥੇ ਜਿਹੜੀ ਇੰਸੀਡੈਂਟ ਵਾਪਰ ਗਈ, ਮੰਦਭਾਗੀ ਇੰਸੀਡੈਂਟ ਵਾਪਰੀ ਹੈ, ਨਹੀਂ ਸੀ ਵਾਪਰਨੀ ਚਾਹੀਦੀ। ਜਿਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਮੌਤ ਹੋਈ ਹੈ, ਉਹਨਾਂ ਦਾ ਕਤਲ ਹੋਇਆ। ਜੀ ਉਸ ਕਤਲ ਦਾ ਜਿਹੜਾ ਹੈਗਾ ਸਾਰਾ ਉਹ ਜਿਹੜਾ ਨਜ਼ਲਾ ਇਹਨਾਂ ਤੇ ਡਿੱਗਿਆ, ਇਹਨਾਂ ਦੀ ਕੋਈ ਭੂਮਿਕਾ ਸੀ ਜਾਂ ਨਹੀਂ ਸੀ, ਅਸੀਂ ਆਪਣੇ ਲੈਵਲ ਤੇ ਕੁਝ ਨਹੀਂ ਕਹਿ ਸਕਦੇ। ਜੀ ਲੇਕਿਨ ਇਹ ਗੱਲ ਤਾਂ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਵੀ ਹੈ। ਇਨਵੈਸਟੀਗੇਸ਼ਨ ਦੇ ਵਿੱਚ ਭਾਵੇਂ ਜਸਟਿਨ ਟਰੂਡੋ ਹੋਰਾਂ ਨੇ ਕਹਿ ਦਿੱਤਾ ਕਿ ਜੀ ਭਾਰਤ ਦੇ ਏਜੰਟਾਂ ਦੀ ਇਹਦੇ ਵਿੱਚ ਇਨਵੋਲਵਮੈਂਟ ਹੈ, ਜੀ ਲੇਕਿਨ ਉਹਦੇ ਨਾਲ ਕੈਨੇਡਾ ਦੇ ਵਿੱਚ ਇਹ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਜਿਹੜੇ ਉੱਥੇ ਆਪੋਜੀਸ਼ਨ ਦੇ ਲੀਡਰ ਆ, ਉਹਨਾਂ ਨੇ ਕਿਹਾ ਜੀ ਜੇ ਤੁਹਾਡੇ ਕੋਲ ਤੱਥ ਹੈਗੇ ਤੇ ਇਹਨਾਂ ਤੱਥਾਂ ਨੂੰ ਫਿਰ ਜਨਤਕ ਕਰੋ। ਜੀ ਜਿਹੜੇ ਤੁਹਾਡੇ ਕੋਲ ਸਬੂਤ ਹੈ, ਐਵੀਡੈਂਸ ਹੈ, ਉਹਨੂੰ ਜਨਤਕ ਕਰੋ। ਉਹ ਐਵੀਡੈਂਸ ਵਗੈਰਾ ਉਹ ਜਨਤਕ ਕਦੋਂ ਕਰਦੇ, ਕੀ ਕੁਛ ਕਰਦੇ, ਤਾਂ ਭਵਿੱਖ ਤੇ ਨਿਰਭਰ ਹੈ।
ਲੇਕਿਨ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਭਾਰਤ ਪ੍ਰਤੀ, ਆਪਣੀ ਫੋਰਸ ਦੇ ਪ੍ਰਤੀ ਜਿਹੜੀ ਪ੍ਰਤੀਬੱਧਤਾ ਪੀ ਕੇ ਰਾਏ ਦੀ, ਉਹਦੇ 'ਤੇ ਕਾਫੀ ਮਤਲਬ ਜਿਹੜਾ ਹੈਗਾ, ਜਿਹੜੇ ਉਹਨਾਂ ਦੇ ਸਾਥੀ ਸੰਗੀ ਹੈ ਉਹ ਉਹਦੇ 'ਤੇ ਮਾਣ ਕਰਦੇ ਕਿ ਗੱਲ ਠੀਕ ਸੀ। ਹੁਣ ਜਦੋਂ ਉਹਨਾਂ ਦਾ ਨਾਂ ਜਗਜ਼ਾਰ ਹੋ ਗਿਆ, ਮੈਨੂੰ ਇਹ ਵੀ ਪਤਾ ਲੱਗਿਆ ਕਿ ਕੁਝ IPS ਅਫਸਰਾਂ ਨੇ ਕੱਲ੍ਹ ਇਸ ਗੱਲ ਦੇ ਉੱਤੇ ਗਿਲਾ ਵੀ ਜ਼ਾਹਰ ਕੀਤਾ ਹੈ ਬਿਲਕੁਲ ਕਿ ਜਿਹੜੇ ਡਿਪਲੋਮੈਟ ਹੁੰਦੇ ਆ, ਡਿਪਲੋਮੈਟਾਂ ਨੂੰ ਵਾਪਸ ਵੀ ਭੇਜਦੇ। ਹੁਣ ਪਾਕਿਸਤਾਨ ਦੇ ਤੇ ਭਾਰਤ ਦੇ ਰਿਲੇਸ਼ਨ ਕੋਈ ਬਹੁਤੇ ਚੰਗੇ ਨਹੀਂ ਜੀ। ਉਹ ਸਾਡੇ ਡਿਪਲੋਮੈਟਸ ਨੂੰ ਕਈ ਵਾਰੀ ਕੱਢ ਦਿੰਦੇ ਤੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ, ਲੇਕਿਨ ਕਦੇ ਕਿਸੇ ਦਾ ਨਾਂ ਜਗ ਜ਼ਾਹਰ ਨਹੀਂ ਕੀਤਾ ਹੁੰਦਾ। ਬਿਲਕੁਲ ਇਹ ਪਹਿਲੀ ਵਾਰੀ ਨਾਂ ਜਗ ਜ਼ਾਹਰ ਕੀਤਾ ਜਿਹੜਾ ਬੜਾ ਘਾਤਕ ਹੋ ਸਕਦਾ ਹੈ। ਸੋ ਇਸੇ ਕਰਕੇ ਸਾਨੂੰ ਵੀ ਇਹ ਖਬਰ ਸ਼ੇਅਰ ਕਰਨੀ ਪਈ ਹੈ, ਪਰ ਅਸੀਂ ਖਬਰ ਦੇ ਦੋਨੇ ਪਾਸੇ ਲਈ ਹੈ ਜੀ ਕਿ ਇੱਧਰ ਰਹਿ ਕੇ PK ਰਾਏ ਦਾ ਕੰਮ ਜਿਹੜਾ ਬਹੁਤ ਵਧੀਆ ਸੀ, ਕਾਬਲੇ ਤਾਰੀਫ ਸੀ। ਹੁਣ ਉੱਧਰ ਜਾ ਕੇ ਇਹਨਾਂ ਦੀ ਕੀ ਭੂਮਿਕਾ, ਕਿੰਨਾ ਕੁ ਇਹ ਤਾਂ ਜੇ ਇਨਵੈਸਟੀਗੇਸ਼ਨ 'ਤੇ ਨਿਰਭਰ ਹੈ, ਪਤਾ ਲੱਗੂਗਾ, ਉਦੋਂ ਆਪਾਂ ਗੱਲ ਉਹ ਵੀ ਕਰ ਲਾਂਗੇ ਜੀ। ਢਿੱਲੋਂ ਸਾਹਿਬ, ਮਹਿਲਾ ਰਾਖਵਾਂਕਰਨ ਕਾਨੂੰਨ ਦੀ 2024 'ਚ ਹੋਣ ਵਾਲੀਆਂ ਚੋਣਾਂ ਦੌਰਾਨ ਕੀ ਲੱਗਦਾ ਕਿ ਹੋ ਜਾਊਗਾ ਲਾਗੂ? ਸਾਡੇ ਨਾ ਜਿਹੜੇ ਇਸ ਵੇਲੇ ਦੇ ਗ੍ਰਹਿ ਮੰਤਰੀ ਹੈ ਜੀ, ਉਹਨਾਂ ਦਾ ਨਾਮ ਅਮਿਤ ਸ਼ਾਹ ਹੈ। ਅਮਿਤ ਸ਼ਾਹ ਗ੍ਰਹਿ ਮੰਤਰੀ ਹੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੁੰਦੇ ਸੀ, ਜਦੋਂ ਨਰਿੰਦਰ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਜੀ। ਮੋਦੀ ਸਾਹਿਬ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਕਿ ਤੁਹਾਨੂੰ ਅਸੀਂ 2 ਕਰੋੜ ਬੰਦਿਆਂ ਨੂੰ ਹਰ ਸਾਲ ਨੌਕਰੀ ਦਿਆ ਕਰਾਂਗੇ ਅਤੇ 5 ਸਾਲਾਂ ਦੇ ਵਿੱਚ ਅਸੀਂ 10 ਕਰੋੜ ਬੰਦਿਆਂ ਨੂੰ ਨੌਕਰੀ ਦੇ ਦਿਆਂਗੇ ਜੀ। ਇਹ ਗੱਲ ਉਸ ਵੇਲੇ ਇਹਨਾਂ ਨੇ ਕਹੀ ਸੀਗੀ। ਨਾਲ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਕਾਲਾ ਧਨ ਵਿਦੇਸ਼ਾਂ ਦੇ ਵਿੱਚ ਪਿਆ ਭਾਈ, ਅਸੀਂ ਉਹ ਕਾਲਾ ਧਨ ਵਾਪਸ ਲੈ ਕੇ ਆਵਾਂਗੇ ਅਤੇ ਫਿਰ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਰੁਪਈਆ ਪਾ ਦਿਆਂਗੇ ਜੀ। ਬਾਅਦ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਅਮਿਤ ਸ਼ਾਹ ਨੂੰ ਕਿਸੇ ਨੇ ਸਵਾਲ ਕਰ ਲਿਆ, ਪੱਤਰਕਾਰ ਨੇ, ਕਿ ਜੀ ਉਹ 15-15 ਲੱਖ ਰੁਪਈਏ ਦਾ ਕੀ ਬਣੂਗਾ ਜੀ। ਤਾਂ ਅਮਿਤ ਸ਼ਾਹ ਨੇ ਕਿਹਾ ਸੀ, ਇਹ ਭਾਈ ਭਾਸ਼ਣ ਦੀ ਕਲਾ ਹੈ ਜੀ। ਇਲੈਕਸ਼ਨ ਦੇ ਮੌਕੇ ਦੇ ਉੱਤੇ ਇਹੋ ਜਿਹੇ ਵਾਅਦੇ ਕਰਨੇ ਹੀ ਪੈਂਦੇ ਹੈ। ਇਹ ਇੱਕ ਜੁਮਲੇਬਾਜ਼ੀ ਹੁੰਦੀ ਹੈ, ਜੁਮਲੇ ਤੋਂ ਬਾਅਦ ਕੁਛ ਵੀ ਨਹੀਂ ਹੁੰਦਾ ਜੀ। ਕਦੇ ਐਂ 15-15 ਲੱਖ ਰੁਪਈਏ ਲੋਕਾਂ ਦੇ ਖਾਤਿਆਂ 'ਚ ਪੈਂਦੇ, ਉਹਦੀ ਗੱਲ ਉਹਨਾਂ ਨੇ ਸੱਚੀ ਕਹੀ ਸੀ। ਜੀ। ਆਪਦੇ ਪ੍ਰਧਾਨ ਮੰਤਰੀ ਬਾਰੇ ਉਹਨਾਂ ਨੇ ਕਹਿਤਾ ਸੀ ਕਿ ਸਾਡੇ ਪ੍ਰਧਾਨ ਮੰਤਰੀ ਤਾਂ ਜੁਮਲੇਬਾਜ਼ ਹੈ ਜੀ। ਜੁਮਲੇਬਾਜ਼ੀ ਨਾਲ ਇਹ ਖੇਡਦੇ ਹੈ। ਅੱਜ ਹੁਣ ਕੱਲ੍ਹ ਇੱਕ ਜਿਹੜਾ ਹੈਗਾ, ਪਹਿਲੀ ਗੱਲ ਤਾਂ ਜਿਹੜਾ ਇਹ ਸਪੈਸ਼ਲ ਸੈਸ਼ਨ ਸੱਦਿਆ ਗਿਆ, ਇਹੀ ਵੱਡੀ ਇੱਕ ਬੁਝਾਰਤ ਬਣੀ ਪਈ ਸੀ ਕਿ ਇਹਦੇ 'ਚੋਂ ਨਿਕਲੂਗਾ ਕੀ। ਅਜੇ ਪਏ ਆ ਕੁਛ ਦਿਨ ਹੋਰ, ਆਪਾਂ ਵੇਖਦੇ ਹਾਂ ਕੀ ਕੁਛ ਨਿਕਲਦਾ। ਲੇਕਿਨ ਕੱਲ੍ਹ ਜਿਹੜਾ ਪਹਿਲਾਂ ਇਹਨਾਂ ਨੇ ਫੈਸਲਾ ਕੀਤਾ, ਉਹ ਭਾਸ਼ਣ ਭੂਸ਼ਣ ਕਰਨ ਤੋਂ ਬਾਅਦ ਉਹ ਇੱਕ ਬਿੱਲ ਪੇਸ਼ ਕਰਤਾ ਹੈ, ਔਰਤਾਂ ਨੂੰ 33% ਦੀ ਰਿਜ਼ਰਵੇਸ਼ਨ ਦੇਣੀ। ਜੀ। ਕਾਹਦੇ 'ਚ ਦੇਣੀ ਹੈ? ਵਿਧਾਨ ਸਭਾ ਵਿੱਚ ਦੇਣੀ ਹੈ ਔਰ ਲੋਕ ਸਭਾ ਦੇ ਵਿੱਚ ਦੇਣੀ ਹੈ। ਜਿਹੜੀਆਂ ਵਿਧਾਨ ਪਰਿਸ਼ਦਾਂ ਅਤੇ ਰਾਜ ਸਭਾ ਉਹਦੇ ਵਿੱਚ ਹੈ ਨਹੀਂ ਜੀ। ਇਹਦੇ ਵਾਸਤੇ ਫਿਰ ਜਿਹੜੀਆਂ ਹੈਗੀਆਂ, ਪਹਿਲਾਂ ਹੁਣ ਲੋਕ ਸਭਾ 'ਚ ਆਊਗਾ ਬਿੱਲ, ਫਿਰ ਰਾਜ ਸਭਾ 'ਚ ਜਾਊਗਾ। ਵੈਸੇ 2010 ਦੇ ਵਿੱਚ ਰਾਜ ਸਭਾ ਨੇ ਇਹ ਬਿੱਲ ਪਾਸ ਕਰਤਾ ਸੀ। ਲੋਕ ਸਭਾ ਦੇ ਵਿੱਚ ਜਦੋਂ ਇਹ ਬਿੱਲ ਆਇਆ ਅਤੇ ਉਦੋਂ ਕੁਝ ਪੋਲੀਟੀਕਲ ਪਾਰਟੀਆਂ ਨੇ ਸ਼ੋਰੋਗੁਲ ਕਰਤਾ ਸੀ, ਰੌਲਾ ਪਾਤਾ ਸੀ ਅਤੇ ਬਿੱਲ ਪਾਸ ਨਹੀਂ ਹੋ ਸਕਿਆ ਸੀ, ਵਿੱਚੇ ਰਹਿ ਗਿਆ ਸੀ ਜੀ। ਇਹਨੂੰ ਚਲੋ ਰਾਜ ਸਭਾ 'ਚੋਂ ਵੀ ਪਾਸ ਕਰਵਾ ਲੈਣਗੇ। ਫਿਰ ਇਹ ਵੀ ਜ਼ਰੂਰੀ ਹੁੰਦਾ ਕਿ ਦੇਸ਼ ਦੀਆਂ 50% ਦੀ ਅਸੈਂਬਲੀਜ਼ ਹੈ ਜਿਹੜੀਆਂ, ਉਹਦੇ ਵਿੱਚੋਂ ਵੀ ਇਹਨੂੰ ਪਾਸ ਕਰਾਉਣਾ ਜ਼ਰੂਰੀ ਹੁੰਦਾ, ਉਹ ਵੀ ਕਰਵਾ ਲੈਣਗੇ ਜੀ। ਬਾਅਦ ਵਿੱਚ ਫਿਰ ਇਹਦਾ ਇਹ ਵੀ ਹੁੰਦਾ ਕਿ ਇਹਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਜੇ, ਉਹ ਵੀ ਮਿਲ ਜੂਗੀ। ਪਰ ਕੀ 2024 ਦੀਆਂ ਜਿਹੜੀਆਂ ਚੋਣਾਂ ਆਉਣਗੀਆਂ, ਉਹਨਾਂ ਚੋਣਾਂ ਦੇ ਵਿੱਚ ਲੋਕ ਵੋਟਾਂ ਪਾ ਸਕਣਗੇ? ਇਹਦੇ 'ਚ ਜਿਹੜੇ ਗੋਦੀ ਮੀਡੀਆ ਦੇ ਪੱਤਰਕਾਰ ਹੈ, ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਮੇਨ ਸਟ੍ਰੀਮ ਮੀਡੀਆ ਕਹਿ ਦਿੰਦੇ ਹੁੰਦੇ ਸੀ ਪਹਿਲਾਂ, ਅਤੇ ਹੁਣ ਉਹਨਾਂ ਨੂੰ ਗੋਦੀ ਮੀਡੀਆ ਕਹਿੰਦੇ ਹਾਂ ਜੀ, ਉਹ ਬੜੇ ਤਿੰਗ ਕੇ ਬੋਲ ਰਹੇ ਹੈ। ਦੇਖੋ ਜੀ, ਭਾਰਤ ਦੀ ਆਬਾਦੀ ਹੈ ਜਿਹੜੀ, ਇਹਦੇ ਵਿੱਚੋਂ ਅੱਧੀ ਆਬਾਦੀ 50% ਦੀ ਔਰਤਾਂ ਹੈ ਜੀ। ਅਤੇ ਜੇ 1.40 ਅਰਬ ਲੋਕ ਹੈ ਇੱਥੋਂ ਦੇ, 140 ਕਰੋੜ ਲੋਕ ਹੈ ਜਿਹੜੇ, 140 ਕਰੋੜ ਦੇ ਵਿੱਚੋਂ ਆਪਾਂ ਅੱਧੀਆਂ ਔਰਤਾਂ ਕਰ ਲਈਏ ਜੀ, ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੰਨੇ ਬਣਦੇ ਹੈ ਜੀ। ਠੀਕ ਹੈ, ਉਹ ਮਤਲਬ ਵੀ 70 ਕਰੋੜ ਤਾਂ ਬਣ ਹੀ ਜਾਂਦੇ ਹੈ ਜੀ। ਉਹ ਕਹਿੰਦੇ ਜੀ 70 ਕਰੋੜ ਦੇ ਵਿੱਚੋਂ 60 ਕਰੋੜ ਬੀਬੀਆਂ ਤਾਂ ਫਿਰ ਵੋਟਾਂ ਮੋਦੀ ਸਾਹਿਬ ਨੂੰ ਪਾਉਣਗੇ, ਤੇ ਮੋਦੀ ਸਾਹਿਬ ਹਟਣਗੇ ਕਿਵੇਂ, ਹਰਨਗੇ ਕਿਵੇਂ? ਇਹਨਾਂ ਨੇ ਤਾਂ ਪ੍ਰਧਾਨ ਮੰਤਰੀ ਬਣਨਾ ਜੀ। ਮਤਲਬ ਹੁਣ ਇਸ ਵੇਲੇ ਮੀਡੀਆ ਉਹਨਾਂ ਦੀ ਇੱਕ ਕੰਪੇਨ ਚਲਾ ਰਿਹਾ ਜੀ। ਪਰ ਕੀ 70% ਦੀ ਬੀਬੀਆਂ ਵੋਟਾਂ, 70 ਕਰੋੜ ਬੀਬੀਆਂ ਜਾਂ 50% ਦੀ ਬੀਬੀਆਂ ਵੋਟਾਂ ਪਾ ਦੇਣਗੀਆਂ? ਸਵਾਲ ਹੀ ਨਹੀਂ ਪੈਦਾ ਹੁੰਦਾ। ਬਿਲਕੁਲ ਜੀ। ਕਿਉਂ ਨਹੀਂ ਸਵਾਲ ਪੈਦਾ ਹੁੰਦਾ? ਇਸ ਕਰਕੇ ਹੈ ਕਿਉਂਕਿ ਡੀਲਿਮਿਟੇਸ਼ਨ ਹੋਣੀ ਹੈ ਜੀ। ਡੀਲਿਮਿਟੇਸ਼ਨ ਜਿਹੜੀ ਹੈ, ਇਲੈਕਸ਼ਨ ਹੋ ਜਾਣੀ ਹੈ 2024 'ਚ, ਡੀਲਿਮਿਟੇਸ਼ਨ ਹੋਣੀ ਹੈ 2026 'ਚ ਜੀ। ਅਤੇ 2026 'ਚ ਡੀਲਿਮਿਟੇਸ਼ਨ ਪੂਰੀ ਹੁੰਦੀ ਹੈ, ਅੱਗੇ 27 ਆਉਂਦੀ ਹੈ, ਫਿਰ 28 ਆਉਂਦੀ ਹੈ, ਫਿਰ 29। 2029 ਦੇ ਵਿੱਚ ਜੇ ਇਹ ਸਾਰਾ ਅਮਲ ਮੁਕੰਮਲ ਹੋ ਜਾਏ, ਡੀਲਿਮਿਟੇਸ਼ਨ ਹੋ ਜਾਏ, ਸੀਟਾਂ ਵਧਣ, ਅਤੇ ਫਿਰ ਬੀਬੀਆਂ ਨੂੰ ਰਿਜ਼ਰਵੇਸ਼ਨ ਦਿੱਤੀ ਜਾ ਸਕਦੀ ਹੈ। ਕਹਿਣ ਨੂੰ ਜੋ ਮਰਜ਼ੀ ਕਹਿ ਦੇਣ, ਇਹ ਵੀ ਇੱਕ ਜੁਮਲਾ ਹੀ ਹੈ। ਬਿਲਕੁਲ। ਇਹ 2024 ਵਾਲਾ ਜੁਮਲੇ ਤੋਂ ਬਾਅਦ ਹੋਰ ਕੁਛ ਵੀ ਨਹੀਂ ਹੈ।
ਇਹ ਮਤਲਬ ਇਹਦੇ ਨਾਲ ਮਤਲਬ ਜਿਵੇਂ ਖੇਡਾਂ ਖੇਡਣ ਵਾਲੀ ਗੱਲ ਹੁੰਦੀ ਹੈ ਕਿ ਆਹ ਦੇਖੋ ਜੀ ਕਰਤਾ, ਹੁਣ ਤੁਸੀਂ ਇਹ ਦੇਖੋ ਵੀ ਕੱਲ੍ਹ ਉਹਨਾਂ ਨੇ ਕਹਿਤਾ, ਕੱਲ੍ਹ ਜਦੋਂ ਸੋਨੀਆ ਗਾਂਧੀ ਜਾ ਰਹੀ ਸੀ, ਸੋਨੀਆ ਗਾਂਧੀ ਨੂੰ ਪੁੱਛ ਰਹੇ ਆ ਪੱਤਰਕਾਰ, ਆ ਰਿਹਾ ਜੀ, ਆ ਰਿਹਾ ਬਿੱਲ ਆ ਰਿਹਾ, ਉਹ ਕਹਿੰਦੀ ਆਪਣਾ ਹੀ ਹੈ, ਸਾਡਾ ਹੀ ਸੀ, ਅਸੀਂ ਲਿਆ ਕੇ ਪਹਿਲਾਂ ਕੀਤੀ ਸੀ। ਕੱਲ੍ਹ ਵੀ ਸੋਨੀਆ ਗਾਂਧੀ, ਅੱਜ ਵੀ ਸ਼ਾਇਦ ਅੱਜ ਕੇ ਕੱਲ੍ਹ ਬੋਲੀ, ਉਹਨੇ ਕਿਹਾ ਕਿ ਇਹਦੀ ਜਿਹੜੀ ਸ਼ੁਰੂਆਤ ਹੈ ਤਾਂ ਰਾਜੀਵ ਗਾਂਧੀ ਵੇਲੇ ਸ਼ੁਰੂਆਤ ਹੋ ਗਈ ਸੀ। ਬਿਲਕੁਲ। ਚਲੋ ਹੁਣੇ ਕੁਛ ਆ ਗਿਆ, ਉਹ ਕਹਿੰਦੇ ਨਹੀਂ ਮੈਡਮ ਤੁਹਾਨੂੰ ਨਹੀਂ ਪਤਾ, ਇਹ ਤਾਂ ਫਿਰ ਉਸੇ ਨੂੰ ਮਿਲਦੀ ਹੈ ਸ਼ਾਬਾਸ਼ ਜੀ ਦੇ ਦੌਰ ਦੇ ਵਿੱਚ ਆਈ ਹੋਏ, ਸ਼ਾਬਾਸ਼ ਮਿਲਦੀ ਹੈ ਨਹੀਂ ਮਿਲਦੀ ਤਾਂ ਆਪਾਂ ਭਵਿੱਖ 'ਚ ਵੇਖਾਂਗੇ। ਲੇਕਿਨ ਮੈਨੂੰ ਲੱਗਦੀ ਹੈ ਵੀ ਇਹ ਜਿਹੜਾ ਇੱਕ ਵੋਟਾਂ ਬਟੋਰਨ ਦਾ ਵਧੀਆ ਤਰੀਕਾਕਾਰ ਹੁੰਦਾ ਹੈ, ਜੁਮਲੇਬਾਜ਼ੀ ਹੈ, ਜੁਮਲੇਬਾਜ਼ੀ ਤੋਂ ਬਾਅਦ ਕੁਝ ਵੀ ਨਹੀਂ ਜੀ। ਬਿਲਕੁਲ। ਰੁੱਖ ਪੰਜਾਬ ਦਾ ਕਰਦੇ ਹਾਂ ਜੀ, ਅਤੇ ਆਪਣੇ ਇਲਾਕੇ ਦੇ ਵਿੱਚ ਇੱਕ ਮੰਦਭਾਗੀ ਜਿਹੜੀ ਘਟਨਾ ਵਾਪਰੀ ਸੀ, ਸਰਹੰਦ ਫੀਡਰ ਨਹਿਰ 'ਚ ਇੱਕ ਬੱਸ ਡਿੱਗ ਗਈ ਸੀ ਜੀ, 8 ਦੀ ਮੌਤ ਹੋ ਗਈ ਸੀ, ਜ਼ਖਮੀ ਵੀ ਬਹੁਤ ਹੋ ਗਏ ਸੀ। ਕੀ ਇਹਦੇ ਬਾਰੇ ਹੋਰ ਅਪਡੇਟਸ ਹੈ? ਦੇਖੋ ਇਹਦੇ ਬਾਰੇ ਕਈ ਗੱਲਾਂ ਇਹ ਹੈ ਕਿ ਉਹ ਕਹਿੰਦੇ ਹੁੰਦੇ ਨਾ ਵੀ ਜੇ ਕੋਈ ਗਰੀਬ ਆਦਮੀ ਕੋਈ ਮਾੜਾ ਮੋਟਾ ਉਹ ਤੋਂ ਕੋਈ ਗਲਤੀ ਫਲਤੀ ਹੋ ਜੇ ਤਾਂ ਉਹਦੀ ਪੁਲਿਸ ਕੁੱਟ ਕੇ ਨਾ ਲੰਬ ਕੱਢ ਦਿੰਦੀ ਹੈ। ਕੋਈ ਸ਼ੱਕ ਨਹੀਂ ਜੀ। ਵੱਡਾ ਬੰਦਾ ਹੋ ਜੇ ਤਾਂ ਵੱਡੇ ਬੰਦੇ ਨੂੰ ਕੋਈ ਪੁੱਛਦਾ ਨਹੀਂ। ਬਿਲਕੁਲ। ਹੁਣ ਕਹਾਣੀ ਕੀ ਹੈ? ਕਹਾਣੀ ਹੈ ਕਿ ਬੱਸਾਂ ਦੇ ਕੋਲੇ ਰੂਟ ਜਿਹੜੇ ਹੈਗੇ ਆ, ਲੰਬੇ ਲੰਬੇ ਰੂਟ ਆ, ਵੱਡੇ ਬੰਦਿਆਂ ਕੋਲੇ ਜਿਹੜੇ ਛੋਟੇ ਟਰਾਂਸਪੋਰਟਰ ਆ ਤਾਂ ਲਗਭਗ ਵਿੱਚੋਂ ਨਿਕਲੀ ਗਏ। ਇਹ ਬੱਸ ਦੀਪ ਸਰਵਿਸ ਬੱਸ ਸਰਵਿਸ ਵਾਲਿਆਂ ਦੀ ਹੈ ਅਤੇ ਇਹ ਜਾਂਦੀ ਹੈ ਅੰਮ੍ਰਿਤਸਰ ਨੂੰ ਜੀ। ਅੰਮ੍ਰਿਤਸਰ ਨੂੰ ਜਾ ਰਹੀ ਸੀ ਜਾਂ ਆ ਰਹੀ ਸੀ, ਅਤੇ ਕਹਿੰਦੇ ਆ ਜੀ ਵੀ ਕੰਡਕਟਰ ਨੇ ਜੋ ਖਬਰ ਪੜ੍ਹੀ ਹੈ ਉਹਦੇ 'ਚ ਇਹ ਕਿ ਕੰਡਕਟਰ ਨੇ ਕਹਿ ਤਾ ਵੀ ਭਾਈ ਗੱਲ ਇਹ ਹੈ ਬੱਸ ਨੂੰ ਰੋਕਣੀ ਅਤੇ ਤੇਜ਼ੀ ਨਾਲ ਦੱਬਿਆ ਚੱਲ। ਉਹ ਕਹਿੰਦਾ ਵੀ ਤੂੰ ਸੀਟੀ ਮਾਰਨੀ ਅਤੇ ਆਪਾਂ ਦੱਬ ਦਿਆਂਗੇ। ਡਰਾਈਵਰ ਕਹਿੰਦਾ ਤੇ ਦੱਬਤੀ ਜੀ। ਬਿੜੰਗਾਂ ਦੇ ਕੋਲੇ ਜਾ ਕੇ, ਅਤੇ ਇਹ ਬੱਸ ਜਿਹੜੀ ਹੈਗੀ ਹੈ ਨਹਿਰ ਦੇ ਪੁਲ ਤੋਂ ਡਿੱਗ ਪੈਂਦੀ ਹੈ ਨਹਿਰ ਦੇ ਵਿੱਚ ਜੀ। ਲਾਲਾ ਹੋ ਗਈ, ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਉਹਦੇ 'ਚ ਬਚਾਓ ਦਾ ਚੱਲਿਆ ਸਿਲਸਿਲਾ। ਕੁਛ ਲੋਕਾਂ ਨੂੰ 10-15 ਲੋਕਾਂ ਨੂੰ ਬਚਾ ਵੀ ਲਿਆ। 8 ਮੌਤਾਂ ਹੋ ਚੁੱਕੀਆਂ ਜੀ। ਲੇਕਿਨ ਬੱਸ ਦੇ ਵਿੱਚ ਕਿੰਨੇ ਮੁਸਾਫਰ ਸੀ ਕਿਸੇ ਨੂੰ ਕੋਈ ਪਤਾ ਨਹੀਂ ਜੀ। ਕਿੰਨੇ ਲੋਕ ਲਾਪਤਾ ਕਿਸੇ ਨੂੰ ਕੋਈ ਪਤਾ ਨਹੀਂ। ਹੁਣ ਜਾਣਕਾਰੀ ਇਹ ਮਿਲੀ ਹੈ ਕਿ NDRF ਦੇ ਜਵਾਨ, ਉਹਨਾਂ ਦੀਆਂ ਟੀਮਾਂ ਲੱਗੀਆਂ ਹੋਈਆਂ ਕਿ ਡੈੱਡ ਬੋਡੀ ਜੀ ਭਾਲੋ, ਵੇਖੋ ਜੇ ਕੋਈ ਲੋਕ ਵਿੱਚ ਹੋਣ ਤਾਂ ਉਹ ਲੱਭਣ 'ਤੇ ਲੱਗੇ ਪਏ ਆ, ਕੁਛ ਮਿਲਦਾ ਜਾਂ ਨਹੀਂ ਮਿਲਦਾ ਇਹ ਵੱਖਰੀ ਗੱਲ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਤੁਹਾਨੂੰ ਮੁਨਾਫੇ ਦੀ ਇੰਨੀ ਹੋੜ ਲੱਗੀ ਹੈ ਕਿ ਪੈਸਾ ਕਮਾ ਲਈਏ, ਪੈਸਾ ਕਮਾ ਲਈਏ, ਪੈਸਾ ਕਮਾਉਣ ਦੀ ਖਾਤਰ ਜਦੋਂ ਤੁਸੀਂ ਲੋੜ ਤੋਂ ਜ਼ਿਆਦਾ ਜਿਹੜੀਆਂ ਗੱਡੀਆਂ ਨੂੰ ਭਜਾਓਗੇ ਤਾਂ ਉਦੋਂ ਕੀ ਬਣਦਾ ਹੈ ਜੀ। ਇਹ ਗੱਡੀਆਂ ਦੀ ਸਥਿਤੀ ਕੀ ਹੈ, ਫਿੱਟ ਹੈ ਕਿ ਨਹੀਂ ਹੈ, ਕਿਸੇ ਨੇ ਕੁਛ ਦੇਖਿਆ ਨਹੀਂ। ਮੈਂ ਅੱਜ ਅਖਬਾਰ ਪੜ੍ਹ ਰਿਹਾ ਸੀ, ਕਿਤੇ ਖਬਰ ਆ ਰਹੀ ਸੀ, ਸੋਸ਼ਲ ਮੀਡੀਆ 'ਤੇ ਵੀ ਖਬਰਾਂ ਆ ਰਹੀਆਂ ਸੀ ਕਿ ਇਸ ਬੱਸ ਦਾ ਜਿਹੜਾ ਹੈਗਾ, ਜਿਹੜੀ ਇੰਸ਼ੋਰੈਂਸ ਜਿਹਨੂੰ ਅਸੀਂ ਬੀਮਾ ਕਹਿ ਦਿੰਦੇ ਹਾਂ, ਉਹ ਓਵਰ ਹੋ ਚੁੱਕਾ ਸੀ ਜੀ। ਬੀਮਾ ਜਿਹੜਾ ਹੈਗਾ ਇਸ ਵੇਲੇ ਵਿਦਾਊਟ ਬੀਮੇ ਤੋਂ ਚੱਲਦੀ ਸੀ। ਸ਼ੁਰੂ 'ਚ ਮੈਂ ਗੱਲ ਕਹੀ ਸੀ ਜੇ ਕੋਈ ਗਰੀਬ ਗੁਰਬਾ ਕੋਈ ਮਾੜੀ ਮੋਟੀ ਗਲਤੀ ਕਰ ਲੈਂਦੇ ਪੁਲਿਸ ਦੀ ਬੁਰੀ ਹਾਲਤ ਕਰ ਦਿੰਦੀ ਹੈ ਜੀ। ਤੁਸੀਂ ਸਕੂਟਰ 'ਤੇ ਜਾਂਦੇ ਹੋ, ਮੋਟਰਸਾਈਕਲ 'ਤੇ ਜਾਂਦੇ ਹੋ, ਕਾਰ 'ਤੇ ਜਾਂਦੇ ਹੋ, ਅਤੇ ਤੁਹਾਨੂੰ ਕਹਿਣਗੇ ਦਿਖਾਓ ਜੀ ਕਾਗਜ਼। ਜੀ। ਤੁਹਾਡੇ ਕੋਲੇ ਅਗਰ ਮਤਲਬ ਜੇ ਹੈਗੀ ਹੈ ਬੀਮਾ ਹੈ ਨਹੀਂ ਤਾਂ ਉਹ ਕਹਿੰਦੇ ਵੀ ਗੱਡੀ ਬੰਦ ਕਰੋ ਜੀ। ਇੰਪਾਊਂਡ ਕਰ ਦਿੰਦੇ ਉਹਨੂੰ। ਅੱਜ ਦੇ ਦੌਰ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਨਵੀਂ ਗੱਡੀ ਲੈਂਦੇ ਹੋ ਤਾਂ ਨਵੀਂ ਗੱਡੀ ਉਨੀ ਦੇਰ ਏਜੰਸੀ 'ਚੋਂ ਨਿਕਲ ਨਹੀਂ ਸਕਦੀ ਜਿੰਨੀ ਦੇਰ ਤੱਕ ਤੁਸੀਂ ਉਹਦਾ ਇੰਸ਼ੋਰੈਂਸ ਨਹੀਂ ਕਰਾਉਂਦੇ। ਬਿਲਕੁਲ। ਇਹ ਜ਼ਰੂਰੀ ਹੈ। ਹੁਣ ਗੱਡੀ ਦੀ ਇੰਸ਼ੋਰੈਂਸ ਹੈ ਨਹੀਂ ਗੀ ਅਤੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਗਾ। ਇਹ ਇਕੱਲੀ ਮੈਂ ਆਪਣੀ ਕੋਈ ਦੀਪ ਵਾਲਿਆਂ ਨਾਲ ਦੁਸ਼ਮਣੀ ਨਹੀਂ, ਇਹ ਓਵਰਆਲ ਸਾਰੀਆਂ ਟਰਾਂਸਪੋਰਟ ਜਿਹੜੀਆਂ ਕੰਪਨੀਆਂ ਉਹਨਾਂ ਦੀ ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ। ਪੁਲਿਸ ਵਾਲੇ ਆਮ ਲੋਕਾਂ ਨੂੰ ਤਾਂ ਲੱਗ ਜਾਂਦੇ, ਘੇਰ ਕੇ ਨਾਕੇ ਲਾ ਲੈਂਦੇ, ਅਤੇ ਇਹਨਾਂ ਦੇ ਨਾਕੇ ਕਿਉਂ ਨਹੀਂ ਲੱਗਦੇ ਵੀ ਕੀ ਕਦੇ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ? ਕਿੰਨੀਆਂ ਗੱਡੀਆਂ ਇਸ ਵੇਲੇ ਜਿਹੜੀਆਂ ਹੈਗੀਆਂ ਵਿਦਾਊਟ ਇੰਸ਼ੋਰੈਂਸ ਚੱਲਦੀਆਂ, ਇਕੱਲੀਆਂ ਇਹ ਨਹੀਂ ਚੱਲਦੀਆਂ। ਮੇਰੇ ਖਿਆਲ ਹੈ PLTC ਪੰਜਾਬ ਰੋਡਵੇਜ਼ ਕਿਸੇ ਦਾ ਬੀਮਾ ਹੈ ਨਹੀਂ। ਬਿਲਕੁਲ। ਵੱਡੇ ਅਫਸਰ ਆ ਜਿਹੜੇ ਹੈ, ਤੁਸੀਂ ਦੇਖੋ ਅਫਸਰਾਂ ਦੀਆਂ ਗੱਡੀਆਂ ਦੇ ਬੀਮੇ ਹੈ ਨਹੀਂਗੇ। ਕਈ ਸਰਕਾਰੀ ਬੱਸਾਂ ਦਾ ਹੱਦ ਹੀ ਉਮਰ ਹੀ ਟਪਾ ਚੁੱਕੀਆਂ ਵਿਚਾਰੀਆਂ, ਫਿਰ ਵੀ ਉਮਰ ਵੀ ਟਪਾ ਚੁੱਕੀਆਂ। ਘੱਟੋ ਘੱਟ ਡਾਕੂਮੈਂਟਸ ਤਾਂ ਪੂਰੇ ਹੋਣੇ ਚਾਹੀਦੇ। ਇੱਥੇ ਬਠਿੰਡੇ ਦੇ ਵਿੱਚ ਜੀ ਇੱਕ ਸਾਡੇ ਜਿਹੜੇ ਹੈਗੇ ਆ ਸਹਿਯੋਗੀ ਆਪਣੇ ਸੱਜਣ ਹੈਗੇ ਇਲੈਕਟ੍ਰੋਨਿਕ ਮੀਡੀਆ 'ਚ, ਉਹਨਾਂ ਨੇ ਇਨਫੋਰਮੇਸ਼ਨ ਲੈ ਕੇ ਕਿ ਫਲਾਣੇ ਪੁਲਿਸ ਅਫਸਰਾਂ ਦੇ ਕੋਲ ਬੀਮਾ ਹੈ ਨਹੀਂ ਜੀ। ਉਹਦੇ ਨਾਲ ਖਫਾ ਹੋ ਗਏ ਵੀ ਤੂੰ ਇਹ ਬੀਮੇ ਵਾਲੀ ਗੱਲ ਕਿਉਂ ਕੋਈ ਬੀਮਾ ਹੈ ਨਹੀਂ। ਜੇ ਪੁਲਿਸ ਅਫਸਰਾਂ ਕੋਲੇ ਸਿਵਲ ਅਫਸਰਾਂ ਦੀਆਂ ਗੱਡੀਆਂ ਦੇ ਬੀਮੇ ਹੈ ਨਹੀਂ, ਜੇ ਟਰਾਂਸਪੋਰਟਰਾਂ ਦੇ ਬੀਮੇ ਹੈ ਨਹੀਂ, ਜੇ ਸਰਕਾਰੀ ਜਿਹੜੀ ਹੈਗੀ ਟਰਾਂਸਪੋਰਟ ਉਹਦੇ ਬੀਮੇ ਹੈ ਨਹੀਂ, ਤਾਂ ਇਹਦੇ 'ਤੇ ਫਿਰ ਦੱਸੋ ਤੁਸੀਂ ਵੀ ਕਸੂਰਵਾਰ ਆਪਾਂ ਇਕੱਲਾ ਉਹਨਾਂ ਨੂੰ ਬੱਸਾਂ ਵਾਲਿਆਂ ਨੂੰ ਨਹੀਂ ਕਹਿ ਸਕਦੇ, ਸਾਡਾ ਸਿਸਟਮ ਵੀ ਕਸੂਰਵਾਰ ਹੈ। ਬਿਲਕੁਲ। ਸਰਕਾਰੀ ਸਰਕਾਰੀ ਮਸ਼ੀਨਰੀ ਵੀ ਕਸੂਰਵਾਰ ਹੈ, ਕਿਉਂ ਨਹੀਂ ਕਰਦੇ? ਹੁਣ ਅਗਲੀ ਗੱਲ ਇਹ ਹੈ ਕਿ ਉਹ ਠੀਕ ਹੈ, ਕਹਿੰਦੇ ਜਿਹੜੇ ਮਾਲਕ ਹੈ, ਮਾਲਕ ਨੇ ਮੁਆਫੀ ਮੰਗ ਲਈ ਜੀ ਕਿ ਜੀ ਗਲਤੀ ਹੋ ਗਈ, ਅਤੇ ਮਾਲਕ ਨੇ ਇਹ ਵੀ ਕਹਿਤਾ ਬੀਮਾ ਹੈ ਨਹੀਂਗਾ ਜੀ। ਇਹ ਵੀ ਗੱਲ ਮੰਨ ਲਈ ਹੈ। ਅਤੇ ਜੇ ਮਾਲਕ ਇਹ ਮੰਨੀ ਇਹਦਾ ਤਾਂ ਫਿਰ ਇਕੱਲੀ ਡਰਾਈਵਰ ਕੰਡਕਟਰ ਦੇ ਖਿਲਾਫ ਤਾਂ FIR ਹੋਊਗੀ, ਜੀ। ਮਾਲਕਾਂ ਦੇ ਖਿਲਾਫ ਕਿਉਂ ਨਹੀਂ ਹੁੰਦੀ? ਇਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਨਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਆਇਆ ਸੀ, ਰੋਪੜ ਜ਼ਿਲ੍ਹੇ 'ਚ ਮਾਈਨਿੰਗ ਦਾ ਇੱਕ ਮਾਮਲਾ ਸੀ। ਬਿਲਕੁਲ ਜੀ। ਉੱਥੇ FIR ਦਰਜ ਹੋ ਗਈ ਅਤੇ ਜਿਹੜਾ ਡਰਾਈਵਰ ਸੀਗਾ ਉਹ ਆਪਦੀ ਬੇਲ ਲੈ ਕੇ ਚਲਾ ਗਿਆ ਹਾਈ ਕੋਰਟ ਦੇ ਵਿੱਚ।
ਉਹਦੇ ਵਕੀਲ ਨੇ ਜਾ ਕੇ ਕਹੀ, ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਉਹ ਕਹਿੰਦਾ ਜੀ ਇਹਦਾ ਤਾਂ ਕਸੂਰ ਹੀ ਕੋਈ ਨਹੀਂ, ਜੀ ਮੇਰੇ ਕਲਾਇੰਟ ਦਾ ਮੇਰਾ ਕਸੂਰ ਕੀ ਹੈ, ਮੈਂ ਤਾਂ ਇੱਕ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸਟੀਅਰਿੰਗ ਫੜ ਲਿਆ, ਉਹ ਕੰਮ ਕਰਦਾ, ਇਹਦੇ ਵਿੱਚ ਜਿਹੜਾ ਮਾਲ ਭਰਿਆ ਉਹ ਤਾਂ ਠੇਕੇਦਾਰ ਨੇ ਭਰਿਆ, ਜੀ ਉਹ ਜਿਹੜਾ ਮਾਈਨਿੰਗ ਕਰਦਾ ਸਰਦਾਰ ਜਾਂ ਕੋਈ ਬਾਬੂ ਉਹਦਾ ਹੈ, ਤੇ ਉਹਦੇ ਖਿਲਾਫ ਕਾਰਵਾਈ ਨਹੀਂ ਤੇ ਮੇਰੇ ਖਿਲਾਫ ਕਾਰਵਾਈ ਕਿਉਂ? ਤੇ ਮਾਣਯੋਗ ਹਾਈ ਕੋਰਟ ਨੇ ਉਸੇ ਵੇਲੇ ਰੋਪੜ ਜ਼ਿਲ੍ਹੇ ਦੇ SH ਤੋਂ ਲੈ ਕੇ ਜਿੱਥੇ ਦਾ ਸੰਬੰਧਿਤ ਥਾਣਾ ਸੀ SSP ਤੱਕ ਸਾਰੇ ਤਲਬ ਕੀਤੇ, ਜੀ ਉਹਨਾਂ ਨੂੰ ਸਮਨ ਕੀਤਾ ਕਿ ਆਓ ਆ ਕੇ ਆਪਣੀ ਪੋਜੀਸ਼ਨ ਦੱਸੋ। ਫਿਰ ਇਹ ਚੀਜ਼ ਜਿਹੜੀ ਹੈ ਡਰਾਈਵਰਾਂ ਕੰਡਕਟਰਾਂ ਦੇ ਖਿਲਾਫ ਇਕੱਲਿਆਂ ਦੇ ਖਿਲਾਫ ਕਾਰਵਾਈ ਕਿਉਂ ਹੋਵੇ? ਜ਼ਿੰਮੇਵਾਰੀ ਤਾਂ ਮਾਲਕਾਂ ਦੀ ਬਣਦੀ ਹੈ, ਬਿਲਕੁਲ ਪੈਸਾ ਤਾਂ ਉਹਨਾਂ ਦੇ ਘਰਾਂ 'ਚ ਆਉਂਦਾ ਹੈ, ਬਿਲਕੁਲ ਜੇ ਕਮਾਈ ਕਰਦੇ ਆ ਚਲੋ ਉਹ ਤਾਂ ਹੁਣ ਚਲੋ ਡਰਾਈਵਰ ਕੰਡਕਟਰ ਦੀ ਜਾਨ ਬਚ ਗਈ। ਇਨ ਕੇਸ ਜੇ ਡਰਾਈਵਰ ਕੰਡਕਟਰ ਵੀ ਮਰ ਜਾਂਦੇ ਤੇ ਫਿਰ ਉਹਨਾਂ ਦੇ ਘਰੇ ਤਾਂ ਪੈ ਗਿਆ ਸੀ, ਸੋਗ ਪੈ ਗਿਆ ਸੀ। ਇਹੀ ਚੀਜ਼ ਆਪਾਂ ਦੇਖਿਆ, ਤੁਹਾਡੇ ਯਾਦ ਹੋਣਾ ਹੈ ਜਦੋਂ ਆਪਣਾ ਹੜ੍ਹਾਂ ਦਾ ਪ੍ਰਕੋਪ ਆਇਆ ਜੀ, ਹਿਮਾਚਲ ਦੇ ਵਿੱਚ ਸਭ ਤੋਂ ਜ਼ਿਆਦਾ ਸੀ, ਇੱਥੇ ਹੋਈ ਸੀ। ਆਪਣੀ ਇੱਕ ਜਿਹੜੀ ਹੈਗੀ ਬੱਸ ਸਰਕਾਰੀ ਬੱਸ ਗਈ ਸੀ, ਮੰਡੀ ਨੂੰ ਗਈ ਸੀ, ਔਰ ਉਹ ਬੱਸ ਜਿਵੇਂ ਰੁੜ ਗਈ ਸੀ, ਤੇ ਇਹ ਨਹੀਂ ਪਤਾ ਲੱਗਿਆ ਅਜੇ ਤੱਕ ਵਿੱਚ ਸਵਾਰੀਆਂ ਕਿਤੀਆਂ ਸੀ, ਬਿਲਕੁਲ ਡਰਾਈਵਰ ਤੇ ਕੰਡਕਟਰ ਵੀ ਵਿਚਾਰੇ ਮਰ ਗਏ ਸੀ। ਸੋ ਉਹ ਤਾਂ ਚਲੋ ਸਰਕਾਰੀ ਸੀ, ਤਾਂ ਪ੍ਰਾਈਵੇਟ ਹੈ, ਲੋਕਾਂ ਦੇ ਘਰਾਂ ਦੇ ਜਿਹੜੇ ਪ੍ਰਾਈਵੇਟ ਮਾਲਕ ਆ ਉਹਨਾਂ ਦੇ ਘਰਾਂ 'ਚ ਹੀ ਆਉਂਦਾ। ਇਹਦੀ ਪੜਤਾਲ ਹੋਣੀ ਚਾਹੀਦੀ ਹੈ, ਤੇ ਜਿਹੜਾ ਦੋਸ਼ੀ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਜ਼ਰੂਰੀ ਹੈ। ਜੀ ਜੀ, ਰੁਖ ਫੇਰ ਕੈਨੇਡਾ ਦਾ ਕਰਦੇ ਹਾਂ ਜੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਦੋਂ ਬਿਆਨ ਦਿੱਤਾ ਤਾਂ ਉਹ ਉਸ ਤੋਂ ਬਾਅਦ ਫਿਰ ਸਿੱਖਾਂ ਦਾ ਮੁੱਦਾ ਜਿਹੜਾ ਹੈਗਾ ਕਾਫੀ ਭਖ ਗਿਆ ਲੱਗਦਾ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਸਿੱਖਾਂ ਦਾ ਮੁੱਦਾ ਤਾਂ ਭਖਣਾ ਸੀ, ਕਿਉਂਕਿ ਹਰਦੀਪ ਸਿੰਘ ਨਿੱਜਰ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ। ਜੀ, ਵੈਸੇ ਕੱਲ ਪਹਿਲਾਂ ਖਬਰ ਜਿਹੜੀ ਆਈ ਸੀ ਉਹ ਆਈ ਸੀ ਕਿ ਇਹ 1992 ਦੇ ਵਿੱਚ ਚਲੇ ਗਏ ਸੀਗੇ ਕੈਨੇਡਾ। ਜੀ, ਉਹ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਵੀ ਕਿਹਾ ਤੇ ਆਪਾਂ ਵੀ 1992 'ਚ ਕਹਿਤਾ। ਸਰੀ ਤੋਂ ਅੱਜ ਆਪਣੇ ਇੱਕ ਸੱਜਣ ਹੈ, ਉਹਨਾਂ ਦਾ ਮੈਨੂੰ ਮੈਸੇਜ ਆਇਆ ਸੀਗਾ, ਤੇ ਉਹਨਾਂ ਨੇ ਆਪਣੇ ਵੌਇਸ ਮੈਸੇਜ ਦੇ ਵਿੱਚ ਦੱਸਿਆ ਕਿ ਮੈਂ ਨਿੱਜਰ ਸਾਹਿਬ ਦੀ ਇੱਕ ਇੰਟਰਵਿਊ ਸੁਣੀ ਹੈ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 1997 'ਚ ਆਇਆ ਸੀ। ਜੀ, ਮੇਰਾ ਖਿਆਲ ਹੈ ਸ਼ਾਇਦ 1997 'ਚੋਂ ਸਰੀ ਚਲੇ ਗਏ ਹੋਣ ਜਾਂ ਕੈਨੇਡਾ ਚਲੇ ਗਏ ਹੋਣ, ਹੋ ਸਕਦਾ ਉਹ ਤੋਂ ਪਹਿਲਾਂ ਕਿਸੇ ਹੋਰ ਦੇਸ਼ ਦੇ ਵਿੱਚ ਗਏ ਹੋਣ, ਇੱਥੋਂ 92 'ਚ ਹੀ ਗਏ ਹੋਣ, ਚਲੋ ਜੋ ਵੀ ਹੈ। ਤਾਂ ਹੁਣ ਜਿਹੜੀ ਇਹ ਗੱਲ ਕਹੀ ਗਈ ਹੈ, ਭਾਰਤੀ ਏਜੰਸੀਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਸਿੱਖਸ ਫਾਰ ਜਸਟਿਸ ਦੇ ਨਾਲ ਜੁੜੇ ਹੋਏ ਸੀ। ਜੀ, ਔਰ ਟਾਰਗੇਟ ਕਿਲਿੰਗ ਜਿਹੜੀਆਂ ਹੋ ਰਹੀਆਂ ਸੀ ਪੰਜਾਬ ਦੇ ਵਿੱਚ, ਉਹਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਹੈ। ਇਹ ਵੀ ਗੱਲ ਆ ਗਈ ਸੀ ਕਿ ਉਹਨਾਂ ਨੇ ਜਿਹੜੀ ਹੈਗੀ ਹੈ, ਨਿੱਜਰ ਸਾਹਿਬ ਨੇ ਕੁਛ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਲੰਧਰ ਦੇ ਕਿਸੇ ਪੁਜਾਰੀ ਦਾ, ਮੰਦਿਰ ਦੇ ਪੁਜਾਰੀ ਦਾ ਮਰਡਰ ਵਗੈਰਾ ਵੀ ਕਰਵਾਇਆ। ਇਹ ਇਲਜ਼ਾਮ ਏਜੰਸੀਆਂ ਦਾ, ਸਾਡਾ ਨਹੀਂ ਹੈ, ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿੰਦੇ, ਜੋ ਏਜੰਸੀਆਂ ਕਹਿੰਦੀਆਂ। ਕਾਫੀ ਸਾਰੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਮੁਕੱਦਮੇ ਵੀ ਦਰਜ ਕੀਤੇ ਹੈ। NIA ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਦੋਂ ਮੁਜ਼ਾਹਰੇ ਵਗੈਰਾ ਹੁੰਦੇ ਸੀ, ਉਹਨਾਂ ਮੁਜ਼ਾਹਰਿਆਂ ਦੇ ਵਿੱਚ ਵੀ ਭਾਗ ਲਿਆ ਸੀ। ਬਰੈਂਪਟਨ ਦੇ ਵਿੱਚ ਜਿਹੜਾ ਹੈਗਾ ਰੈਫਰੈਂਡਮ ਹੋਇਆ ਸੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਉਹਦੇ ਵਿੱਚ ਵੀ ਉਹਨਾਂ ਨੇ ਭਾਗ ਲਿਆ ਸੀ। NIA ਨੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਜਿਹੜੀ ਅਦਾਲਤਾਂ ਦੇ ਰਾਹੀਂ ਉਹਨਾਂ ਦੀ ਜਿਹੜੀ ਜ਼ਮੀਨ ਜਾਇਦਾਦ ਹੈ ਇੱਥੇ, ਉਹ ਵੀ ਅਟੈਚ ਕਰਵਾਈ ਵੀ ਹੈ। ਬਰੰਟ ਵਗੈਰਾ ਵੀ ਉਹਨਾਂ ਦੇ ਕੱਢੇ ਹੋਏ ਸੀ ਵੀ ਸਾਨੂੰ ਵਾਂਟਡ ਹੈ, ਪਰ ਦੂਜੇ ਦੇਸ਼ ਦੇ ਵਿੱਚ ਲਿਆਉਣਾ ਸੌਖਾ ਨਹੀਂ ਹੁੰਦਾ, ਇੱਕ ਲੰਬਾ ਇਹ ਸਿਲਸਿਲਾ ਹੁੰਦਾ ਹੈ। ਉਹਨਾਂ ਦਾ ਜਿਹੜਾ ਮਰਡਰ ਹੋ ਗਿਆ ਕਿਉਂਕਿ ਉਹ ਸਿੱਖ ਹੈ, ਔਰ ਸਿੱਖ ਭਾਈਚਾਰੇ ਦੇ ਵਿੱਚ ਉੱਥੇ ਰੋਸ ਬਹੁਤ ਜ਼ਿਆਦਾ ਹੈ ਕੈਨੇਡਾ ਦੇ ਵਿੱਚ। ਜੀ, ਬੜੇ ਵੱਡੇ ਪੱਧਰ ਦੇ ਉੱਤੇ ਪ੍ਰੋਟੈਸਟ ਹੋ ਰਹੇ ਹੈ, ਤੇ ਅਗਲੇ ਦਿਨਾਂ ਦੇ ਵਿੱਚ ਫਿਰ ਮੇਰਾ ਖਿਆਲ 28 ਸਤੰਬਰ ਨੂੰ ਇੱਕ ਹੋਰ ਮੈਮੋਰੰਡਮ ਆਪਣਾ ਥੋੜ੍ਹਾ ਰੈਫਰੈਂਡਮ ਹੋ ਰਿਹਾ ਹੈ ਜੀ, ਔਰ ਉਸ ਰੈਫਰੈਂਡਮ ਦੇ ਵਿੱਚ ਇਹ ਵੀ ਹੈ ਵੀ ਕੀ ਉਹਨਾਂ ਦਾ ਕਤਲ ਭਾਰਤ ਨੇ ਕਰਵਾਇਆ, ਇਹ ਵੀ ਉਹਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ, ਤੇ ਉਹਦੇ 'ਤੇ ਵੀ ਲੋਕਾਂ ਨੇ ਆਪਣਾ ਦੇਣਾ ਹੈ। ਜੀ, ਸੋ ਉਹਨਾਂ ਦੀ ਜਿਹੜੀ ਹੈਗੀ ਹੈ ਮੌਤ ਹੋਈ ਹੈ, ਬੜੀ ਮੰਦਭਾਗੀ ਹੈ। ਬੰਦਾ ਉਹਦੀ ਵਿਚਾਰਧਾਰਾ ਕੁਛ ਵੀ ਹੋਵੇ, ਜੀ, ਉਹ ਕਿਸੇ ਵੀ ਨਾਲ ਵੈਸੇ ਜੇ ਪੁਰਮਨ ਰਹਿ ਕੇ ਕੋਈ ਬੰਦਾ ਆਪਣੀ ਐਜੀਟੇਸ਼ਨ ਕਰਦਾ, ਜਦੋਜਹਿਦ ਕਰਦਾ, ਕੋਈ ਆਪਣੀ ਡਿਮਾਂਡ ਕਰਦਾ ਤਾਂ ਕਰ ਲੈਂਦੇ ਉਹਨੂੰ। ਇਹਦੇ 'ਚ ਸਾਡਾ ਕੰਸਟੀਟਿਊਸ਼ਨ ਵੀ ਕਹਿੰਦਾ ਹੈ, ਹਾਈ ਕੋਰਟਾਂ ਸੁਪਰੀਮ ਕੋਰਟਾਂ ਦੇ ਫੈਸਲੇ ਵੀ ਬੜੇ ਆਏ ਹੋਏ ਹੈ। ਜੀ, ਲੇਕਿਨ ਜਦੋਂ ਉਹਨਾਂ ਦਾ ਮਰਡਰ ਹੋ ਗਿਆ, ਤੇ ਹੁਣ ਇਹ ਗੱਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਹਿਤੀ ਕਿ ਜੀ ਇਹਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੈ, ਜੀ, ਤਾਂ ਫਿਰ ਕੁਦਰਤੀ ਉਹਦਾ ਪ੍ਰਤੀਕਰਮ ਹੋਣਾ ਹੀ ਸੀ। ਜੀ, ਆਪਣੇ ਆਸਟ੍ਰੇਲੀਆ ਤੋਂ ਪਵਨਦੀਪ ਪੁਣੀਕ ਆਪਣੇ ਬੜੇ ਕਰੀਬੀ ਹੈ, ਲਿਸਨਰ ਆਪਣੇ, ਉਹਨਾਂ ਦਾ ਮੈਨੂੰ ਸਵੇਰੇ ਕਾਲ ਆਈ। ਉਹ ਕਹਿੰਦੇ ਸੀ ਜੀ ਸਾਨੂੰ ਇਹ ਦੱਸੋ ਵੀ ਸਾਡੇ ਜਿਹੜੇ ਹੈਗੇ ਹੈ ਸਿੱਖ ਧਰਮ ਦੇ ਵੱਡੇ ਲੀਡਰ ਕਿਉਂ ਨਹੀਂ ਬੋਲਦੇ। ਮੈਂ ਕਿਹਾ ਜੀ ਮੈਂ ਤਾਂ ਹੁਣ ਇਹਦੇ ਬਾਰੇ ਕੀ ਕਹਿ ਸਕਦਾ, ਲੇਕਿਨ ਅੱਜ ਦੇਖਿਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਿਹੜੇ ਹੈਗੇ ਹੈ ਗਿਆਨੀ ਰਘਬੀਰ ਸਿੰਘ, ਉਹਨਾਂ ਨੇ ਵੀ ਇਹਦੇ 'ਤੇ ਕੀ ਕਿਹਾ ਵੀ ਜੇ ਏਜੰਸੀਆਂ ਨੇ, ਭਾਰਤੀ ਏਜੰਸੀਆਂ ਨੇ ਇਹ ਗੱਲ ਕਰਵਾਈ, ਉਹਨਾਂ ਦਾ ਮਰਡਰ ਕਰਵਾਇਆ, ਤੇ ਬਹੁਤ ਮੰਦਭਾਗੀ ਘਟਨਾ ਤੇ ਨਿੰਦਣਯੋਗ ਘਟਨਾ ਉਹਨਾਂ ਨੇ ਵੀ ਕਹੀ ਹੈ। ਜੀ, ਅਕਾਲੀ ਦਲ ਵਾਲਿਆਂ ਨੇ ਵੀ ਕਹੀ ਹੈ ਵੀ ਇਹ ਤਾਂ ਜੀ ਬੜੀ ਮੰਦਭਾਗੀ ਖਬਰ ਹੈ, ਔਰ ਇਸ ਤਰ੍ਹਾਂ ਦੀ ਗੱਲ ਇਹ ਨਹੀਂ ਸੀ ਹੋਣੀ ਚਾਹੀਦੀ। ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ, ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ। ਜੀ, ਇਹ ਵੀ ਡਿਮਾਂਡ ਕੀਤੀ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ, ਤੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੀ ਪੋਜੀਸ਼ਨ ਜਿਹੜੀ ਹੈ ਕਲੀਅਰ ਕਰਨੀ ਚਾਹੀਦੀ ਹੈ। ਜੀ, ਦੂਜੇ ਪਾਸੇ ਭਾਰਤ ਦੇ ਕੁਝ ਲੀਡਰ ਉਹ ਵੀ ਹੈ ਜਿਹੜੇ ਇਹ ਗੱਲ ਕਹਿੰਦੇ ਆ ਕਿ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਚੋਣਾਂ ਜੀ, ਜਿਹੜੀ ਇਸ ਵੇਲੇ
ਟਰੂਡੋ ਸਾਹਿਬ ਦੀ ਸਰਕਾਰ ਚੱਲ ਰਹੀ ਹੈ, ਉਹ ਸਰਕਾਰ ਮੁਕੰਮਲ ਬਹੁ ਗਿਣਤੀ ਨਾਲ ਨਹੀਂ ਚੱਲ ਰਹੀ, ਉਹ NDP ਦੀ ਮਦਦ ਦੇ ਨਾਲ ਚੱਲ ਰਹੀ ਹੈ ਜੀ। ਘੱਟ ਗਿਣਤੀ ਦੀ ਸਰਕਾਰ ਹੈ ਅਤੇ ਅੱਗੇ ਫਿਰ ਚੋਣਾਂ ਹੋਣਗੀਆਂ। ਇਹਦੇ 'ਤੇ ਕੁਝ ਕੁ ਲੀਡਰਾਂ ਦੀ ਰਾਏ ਹੈ ਕਿ ਇਹ ਜਿਹੜਾ ਹੈਗਾ ਚੋਣਾਂ ਦੇ ਸੰਬੰਧ ਵਿੱਚ ਇਹ ਸਾਰਾ ਕੁਛ ਕੀਤਾ ਜਾ ਰਿਹਾ ਜੀ। ਅਤੇ ਚੋਣਾਂ ਤਾਂ ਭਾਰਤ ਦੇ ਵਿੱਚ ਵੀ ਹੋਣਗੀਆਂ, ਜੀ। ਭਾਰਤ 'ਚ ਵੀ ਹੋਣਗੀਆਂ, ਕੈਨੇਡਾ 'ਚ ਵੀ ਚੋਣਾਂ ਹੋਣਗੀਆਂ, ਅਤੇ ਦੋਨੇ ਪਾਸੇ ਜੇ ਚੋਣਾਂ ਹੋਣਗੀਆਂ, ਜੇ ਉੱਧਰ ਉਹਨਾਂ ਨੂੰ ਚੋਣਾਂ ਦੇ ਵਿੱਚ ਲੋੜ ਹੈਗੀ ਸਿੱਖ ਭਾਈਚਾਰੇ ਦੀਆਂ ਵੋਟਾਂ ਲੈਣ ਦੀ, ਅਤੇ ਸ਼ਾਇਦ ਫਿਰ ਭਾਰਤ ਸਰਕਾਰ ਨੂੰ ਵੀ ਹਿੰਦੂ ਭਾਈਚਾਰੇ ਦੀਆਂ ਵੋਟਾਂ ਲੈਣ ਦੀ ਲੋੜ ਹੋਵੇ। ਸੋ ਦੋਨਾਂ ਗੱਲ ਬਰਾਬਰ ਹੈ। ਇਹਦੇ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਹੈ ਜੀ। ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਲੋਕ ਡਰੱਗਸ ਦੇ ਨਾਲ ਜੁੜੇ ਹੋਏ ਹੈ ਅਤੇ ਐਂਟੀ ਨੈਸ਼ਨਲ ਕਾਰਵਾਈਆਂ 'ਚ ਜੁੜੇ ਹੋਏ ਆ, ਉਹਨਾਂ ਨੂੰ ਉੱਥੇ ਇੱਕ ਕਿਸਮ ਦੀ ਪਨਾਹਗਾਹ ਮਿਲੀ ਹੋਈ ਹੈ ਜੀ। ਅੱਜ ਮੈਂ ਅੰਗਰੇਜ਼ੀ ਟ੍ਰਿਬਿਊਨ ਦੇ ਵਿੱਚ ਵੀ ਖਬਰ ਦੇਖ ਰਿਹਾ ਸੀ, ਉੱਥੇ ਵੀ ਖਬਰ ਲੱਗੀ ਹੋਈ ਹੈ ਕਿ ਜੀ ਸਵਰਗ ਬਣਿਆ ਹੋਇਆ ਜੀ, ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ, ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜੇ ਉੱਥੇ ਦੇ ਨਿਯਮ ਹੈ ਪਨਾਹ ਦੇਣ ਦੇ, ਅਤੇ ਪਨਾਹ ਉੱਥੇ ਥੋੜ੍ਹੀ ਸੌਖੀ ਮਿਲ ਜਾਂਦੀ ਹੈ ਜੀ। ਅਤੇ ਜਿਹੜੇ ਲੋਕ ਜਾ ਕੇ ਉੱਥੇ ਇਹ ਜਿਹਾ ਕੁਛ ਕਰਦੇ ਆ ਵਗੈਰਾ ਇਹ ਗੱਲ ਕੀਤੀ ਗਈ ਹੈ। ਕੁੱਲ ਮਿਲਾ ਕੇ ਫਿਰ ਆਪਾਂ ਕਰਦੇ ਹਾਂ ਕਿ ਕਿਸੇ ਬੰਦੇ ਦਾ ਮਰ ਜਾਣਾ ਜੀ ਜਾਂ ਉਹਦਾ ਕਤਲ ਹੋ ਜਾਣਾ, ਇਹ ਪਰਿਵਾਰ ਵਾਸਤੇ ਵੀ ਅਸਹਿਣਯੋਗ ਹੁੰਦਾ ਹੈ ਔਰ ਸੁਸਾਇਟੀ ਵਾਸਤੇ ਵੀ ਇਹ ਗੱਲ ਚੰਗੀ ਨਹੀਂ। ਵੈਸੇ ਹੈ ਵੀ ਜੇ ਪੁਰਅਮਨ ਰਹਿ ਕੇ ਕੋਈ ਬੰਦਾ ਆਪਣੀ ਗੱਲ ਕਰਦਾ ਤੁਹਾਨੂੰ ਕਰ ਲੈਣ ਦਿਓ, ਪਰ ਖਬਰਾਂ ਦੂਜੀਆਂ ਵੀ ਆ ਰਹੀਆਂ ਕਿ ਇਹ ਸਾਰਾ ਕੁਛ ਪੁਰਅਮਨ ਨਹੀਂ, ਉਹਨਾਂ ਦੀ ਇਨਵੋਲਵਮੈਂਟ ਵੀ ਸੀ ਕੁਛ। ਪਿਛਲੇ ਦਿਨਾਂ 'ਚ ਆਪਾਂ ਦੇਖੀਏ ਤਾਂ ਘਟਨਾ ਇੱਕ ਨਹੀਂ ਹੋਈ, ਕਈ ਵਾਪਰੀਆਂ ਜੀ। ਪਰਮਜੀਤ ਸਿੰਘ ਪੰਜਵਟ ਉਹ ਪਾਕਿਸਤਾਨ ਦੇ ਵਿੱਚ ਸੀ, ਕੁਛ ਦਿਨ ਪਹਿਲਾਂ ਇਹਨਾਂ ਦੇ ਕਤਲ ਤੋਂ ਪਹਿਲਾਂ ਉਹਨਾਂ ਦੀ ਮੌਤ ਹੁੰਦੀ ਹੈ ਜੀ। ਫਿਰ ਅਵਤਾਰ ਸਿੰਘ ਖੰਡਾ ਉਹ ਇੰਗਲੈਂਡ ਦੇ ਵਿੱਚ ਸੀ, ਕਿਹਾ ਜਾਂਦਾ ਕਿ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਉਹ ਸੀਗੇ ਜੀ, ਔਰ ਉਹਨਾਂ ਨੂੰ ਵੀ ਬੜੀ ਭੇਦ ਭਰੇ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ। ਕਹਿੰਦੇ ਸ਼ਾਇਦ ਉਹਨਾਂ ਨੂੰ ਕੈਂਸਰ ਵਗੈਰਾ ਸੀ, ਕੁਛ ਇਹੋ ਜਿਹੀ ਗੱਲ ਕਹੀ ਗਈ ਹੈ ਜੀ। ਲੇਕਿਨ ਜਿਹੜੇ ਉਹਨਾਂ ਦੇ ਸਮਰਥਕ ਆ ਉਹ ਮੰਨਣ ਨੂੰ ਤਿਆਰ ਨਹੀਂ, ਕਹਿੰਦੇ ਜੀ ਇਹ ਕੋਈ ਕੌਂਸਪੀਰੇਸੀ ਸੀ ਜੀ। ਅਤੇ ਫਿਰ ਨਿੱਜਰ ਸਾਹਿਬ ਦੀ ਮੌਤ ਹੁੰਦੀ ਹੈ। ਸੋ ਕੁੱਲ ਮਿਲਾ ਕੇ ਪੰਜਾਬ ਦੇ ਅਮਨ ਵਾਸਤੇ, ਪੰਜਾਬੀਆਂ ਵਾਸਤੇ ਇਹ ਜਿਹੜਾ ਵਰਤਾਰਾ ਇਹ ਚੰਗਾ ਨਹੀਂ, ਇਹ ਮੰਦਭਾਗਾ ਅਤੇ ਮਾੜਾ ਹੈ ਜੀ। ਜੀ ਢਿੱਲੋਂ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਲਈ ਤੁਹਾਡੀ ਟਿੱਕਾ ਟਿੱਪਣੀ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਇਹ ਸਨ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਜੀ ਢਿੱਲੋਂ, ਅਤੇ ਇਸ ਦੇ ਨਾਲ ਹੀ ਰੇਡੀਓ ਪੰਜਾਬ ਟੂਡੇ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸ਼ਮਾਦਾਨ ਨੂੰ ਮੈਨੂੰ ਯਾਨੀ ਕਿ ਦਲਬੀਰ ਸਿੰਘ ਬਰਾੜ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ। ਰੱਬ ਰਾਖਾ।